ਜਿਹੜੇ 22 ਪਿੰਡ ਹੈ ਜੀ, ਇਹਨਾਂ ਦੀ ਇੱਕ ਤਾਂ ਇਹ ਕਾਰਪੋਰੇਸ਼ਨ 'ਚ ਆ ਚੁੱਕੇ ਹੈ। ਠੀਕ ਹੈ। ਤੇ ਇਹਨਾਂ ਦਾ ਪੰਚਾਇਤਾਂ ਦਾ ਭੋਗ ਪੈ ਚੁੱਕਾ। ਪੰਚਾਇਤਾਂ ਖਤਮ ਹੋ ਚੁੱਕੀਆਂ। ਮਤਲਬ ਜਿਹੜੀ ਜ਼ਮੀਨ ਤੇ ਖੇਤੀ ਹੁੰਦੀ ਆ ਉਪਜਾਊ ਹੈ, ਹਾਂਜੀ ਹਾਂਜੀ, ਉਹਦਾ ਰੇਟ ਬਹੁਤ ਘੱਟ ਆ, ਪਰ ਜਿਹੜੀ ਪੱਥਰਾਂ ਵਾਲੇ ਸ਼ਹਿਰ ਦੀ ਜ਼ਮੀਨ ਹੈ ਉਹਦਾ ਰੇਟ ਬਹੁਤ ਜ਼ਿਆਦਾ। ਪਿੰਡਾਂ ਦੀ ਡਿਵੈਲਪਮੈਂਟ ਚਾਹੀਦੇ ਆ, ਚਾਹੇ ਕੋਈ ਜਿਹੜਾ ਮਰਜ਼ੀ ਆਏ, ਆਪਣੇ ਚੰਡੀਗੜ੍ਹ ਦੀ ਤਰੱਕੀ ਹੋਣੀ ਚਾਹੀਦੀ ਆ। ਅਸੀਂ ਪਿੰਡਾਂ ਦੇ ਭੋਲੇ ਲੋਕ ਆ, ਅਸੀਂ ਚੰਡੀਗੜ੍ਹ ਸ਼ਹਿਰ ਦੀ ਤਰੱਕੀ ਚਾਹੁੰਦੇ ਆ। ਜਦੋਂ ਹੀ ਲੋਕ ਸਭਾ ਦੀ ਇਲੈਕਸ਼ਨ ਆਉਂਦੀ ਹੈ, ਭਾਵੇਂ ਬੀਜੇਪੀ ਦਾ ਕੈਂਡੀਡੇਟ ਹੋਵੇ, ਭਾਵੇਂ ਕਾਂਗਰਸ ਦਾ ਹੋਵੇ, ਮੋਸਟਲੀ ਤੇ ਇਹੀ ਰਹੇ ਨੇ ਜਾਂ ਹੋਰ ਪਾਰਟੀ ਦਾ, ਉਹ ਜਦੋਂ ਪਿੰਡਾਂ 'ਚ ਜਾਂਦੇ ਨੇ ਤੇ ਇਹੀ ਭੁਲਾਵਾ ਦਿੰਦੇ ਨੇ। ਮੈਂ ਤੇ 4-5 ਇਲੈਕਸ਼ਨਾਂ ਕਵਰ ਕੀਤੀਆਂ ਨੇ। ਜੇ ਮੈਂ ਐਮਪੀ ਬਣ ਗਿਆ, ਲਾਲ ਡੋਰੇ ਨੂੰ ਇੱਥੋਂ ਢਹਿ ਢੇਰੀ ਕਰ ਦਾਂਗੇ, ਪਰ ਉੱਥੇ ਹੀ ਖੜ੍ਹੇ। ਪ੍ਰਸ਼ਾਸਨ ਦੇ ਅਧੀਨ ਹੀ ਅਸੀਂ ਕੁਝ ਵੀ ਆਪਾਂ ਬਣਾਉਣੇ ਨੂੰ ਤਿਆਰ ਆ। ਸਾਨੂੰ ਕਹੇ ਤਾਂ ਸਹੀ ਕਿ ਤੁਸੀਂ ਆਪਣੇ ਪਿੰਡ ਇਸ ਤਰੀਕੇ ਨਾਲ ਡਿਵੈਲਪ ਕਰਨੇ ਆ, ਅਸੀਂ ਕਰਾਂਗੇ। ਕਿਵੇਂ ਤੁਸੀਂ ਆਸ ਕਰਦੇ ਜੇ ਵੀ ਹਾਲੇ ਤੇ 1966 ਵਾਲੇ ਜਿਹੜੇ ਨੇ 34 ਤੇ 23 ਤੁਸੀਂ ਐਡ ਕਰ ਲਓ, ਕਿੰਨੇ ਸਾਲ ਹੋਏ ਨੇ? 47 ਸਾਲ ਹੋ ਗਏ। ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਤੇ ਇਹ ਤੁਹਾਡੀਆਂ ਗੱਲਾਂ ਕੌਣ ਸੁਣਦਾ? ਹੁਣ ਮੇਰਾ ਬੱਚਾ ਹੈ, ਉਹ ਪੰਜਾਬ 'ਚ ਐਲੀਜੀਬਲ ਨਹੀਂ ਹੈ ਨੌਕਰੀ ਨੂੰ, ਡੋਮਿਸਾਈਲ ਹੋਣਾ ਚਾਹੀਦਾ ਹੈ ਉਹਦੇ ਕੋਲ, ਨਾ ਉਹ ਹਰਿਆਣੇ 'ਚ ਐਲੀਜੀਬਲ ਹੈ। ਹੁਣ ਉਹ ਦੋਨੋਂ ਚੰਡੀਗੜ੍ਹ ਜੋਗਾ ਉਹ ਚੰਡੀਗੜ੍ਹ ਜੋਗਾ ਹੈ ਜੀ। ਹੁਣ ਚੰਡੀਗੜ੍ਹ ਹੈ, ਉਰੇ ਪੰਜਾਬ ਤੋਂ ਵੀ ਅਫਸਰ ਆਉਂਦੇ, ਹਰਿਆਣੇ ਤੋਂ ਵੀ ਆਉਂਦੇ ਹੈ। ਸਾਡੀ ਤਾਂ ਇਹ ਚੀਜ਼ ਹੈ ਵੀ ਸਾਡੇ ਬੱਚੇ ਕਿੱਧਰ ਜਾਣ। ਫਸਟ ਪ੍ਰੈਫਰੈਂਸ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਲੋਕਾਂ ਦੀ ਹੋਣੀ ਚਾਹੀਦੀ ਹੈ। ਚੰਡੀਗੜ੍ਹ ਪ੍ਰਸ਼ਾਸਨ ਘਾਣ ਕਰ ਰਿਹਾ। ਸੰਵਿਧਾਨ ਕਹਿੰਦਾ ਵੀ ਕਿਸੇ ਵੀ ਸਟੇਟ, ਕਿਸੇ ਵੀ ਯੂਟੀ ਦੀ ਸਰਕਾਰੀ ਭਾਸ਼ਾ ਉਹੀ ਹੋਣੀ ਚਾਹੀਦੀ ਹੈ ਜਿਹੜੀ ਉੱਥੋਂ ਦੇ ਲੋਕਾਂ ਦੀ ਹੈ, ਪਰ ਲੋਕਾਂ ਦੀ ਭਾਸ਼ਾ ਤੇ ਪੰਜਾਬੀ, ਹਿੰਦੀ ਹੈ ਤੇ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ। ਕਿਉਂ ਨਹੀਂ ਕੋਈ ਬੋਲਦਾ? ਸ਼ੀਸ਼ਾ ਬੋਲਦਾ ਸੱਚ। ਅੱਜ ਅਸੀਂ ਤੁਹਾਨੂੰ ਚੰਡੀਗੜ੍ਹ ਦੇ 22 ਬਚੇ ਪਿੰਡਾਂ ਦੇ ਹਾਲਾਤ ਦਿਖਾਵਾਂਗੇ, ਕਿਉਂਕਿ ਚੰਡੀਗੜ੍ਹ ਜਦੋਂ ਉਸਰਿਆ ਸੀ ਤੇ ਟੋਟਲ 50 ਪੰਜਾਬੀ ਪਿੰਡ ਸੀ। ਉਹਨਾਂ ਵਿੱਚੋਂ 28 ਪੰਜਾਬੀ ਪਿੰਡ ਮਿਧ ਕੇ ਤੇ ਇਹ ਚੰਡੀਗੜ੍ਹ ਉਸਾਰਿਆ ਸੀ। ਉਹ 28 ਉਜੜੇ ਪਿੰਡਾਂ ਦੀ ਦਾਸਤਾਨ, ਉਹ ਉਜਾੜਿਆਂ ਦਾ ਦਰਦ, ਕੂਕ ਅੱਜ ਵੀ ਜਿਨ੍ਹਾਂ ਨੇ ਭੁਗਤੀ ਹੈ ਉਹਨਾਂ ਦੇ ਮਨਾਂ ਵਿੱਚੋਂ ਨਹੀਂ ਨਿਕਲੀ। ਪਰ 22 ਪਿੰਡ ਜਿਹੜੇ ਬਚੇ ਨੇ ਉਹਨਾਂ ਦੇ ਕੀ ਹਾਲਾਤ ਨੇ ਉਹਦੀ ਚਰਚਾ ਅੱਜ ਕਰਾਂਗੇ। ਚਰਚਾ ਕਰਨ ਲਈ ਦੋ ਅਸੀਂ ਗੈਸਟ ਬੁਲਾਏ ਨੇ। ਇੱਕ ਨੇ ਸਤਿੰਦਰ ਸੰਧੂ ਜੀ, ਜਿਹੜੇ ਕਾਉਂਸਲਰ ਨੇ, ਚੰਡੀਗੜ੍ਹ ਕਾਰਪੋਰੇਸ਼ਨ ਦੇ ਨਾਮਜ਼ਦ ਕਾਉਂਸਲਰ ਨੇ ਔਰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ। ਦੂਸਰੇ ਸਾਡੇ ਗੈਸਟ ਨੇ ਧਰਮਿੰਦਰ ਸਿੰਘ ਸੈਣੀ ਜੀ, ਜਿਹੜੇ ਬੀਜੇਪੀ ਦੇ ਕਿਸਾਨ ਵਿੰਗ ਦੇ ਜਨਰਲ ਸਕੱਤਰ ਨੇ ਔਰ ਨਾਮਜ਼ਦ ਕਾਉਂਸਲਰ ਨੇ ਨਗਰ ਨਿਗਮ ਦੇ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿੰਦਰ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ, ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਪਿਛਲੇ ਦਿਨੀ ਚੰਡੀਗੜ੍ਹ ਆਏ ਸੀ ਔਰ ਤੁਸੀਂ ਉਹਨਾਂ ਨੂੰ ਇੱਕ ਡਿਟੇਲਡ ਪਿੰਡਾਂ ਦੇ ਮੁੱਦਿਆਂ 'ਤੇ ਇੱਕ ਮੈਮੋਰੈਂਡਮ ਦਿੱਤਾ, ਦਰਦ ਦੱਸਿਆ ਵੀ ਪਿੰਡਾਂ ਦੀ ਕੀ ਸਮੱਸਿਆ ਸੀ, ਕਿਹੜੇ ਮੁੱਦੇ ਰੱਖੇ ਉਹਨਾਂ ਅੱਗੇ? ਸਭ ਤੋਂ ਪਹਿਲਾਂ ਤਲੋਚਨ ਜੀ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਤੁਸੀਂ ਸ਼ੁਰੂ ਤੋਂ ਹੀ ਪੰਜਾਬੀ ਦੇ ਮੁੱਦੇ ਚੱਕ ਰਹੇ ਹੈ, ਪਿੰਡਾਂ ਦੇ, ਖਾਸ ਕਰ ਯੂਟੀ ਦੇ ਪਿੰਡਾਂ ਦੇ। ਅਸੀਂ ਵੀ, ਤੁਸੀਂ ਇੱਕ ਕਿਤਾਬ ਲਿਖੀ ਹੈ ਉਜਾੜੇ ਦੀ ਦਾਸਤਾਨ, ਮੈਨੂੰ ਵੀ ਉਹਦੇ 'ਚ ਜਦੋਂ ਇਹਨਾਂ ਦਾ ਇਨੋਗ੍ਰੇਸ਼ਨ ਸੀ, ਮੈਨੂੰ ਵੀ ਉੱਥੇ ਪ੍ਰੈਜ਼ੈਂਟ ਹੋਣ ਦਾ ਬਹੁਤ ਬਹੁਤ ਸੁਭਾਗਿਆ ਮਿਲਿਆ ਤੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਇਹਦੇ ਲਈ, ਕਿਉਂਕਿ ਤੁਸੀਂ ਵੀ ਪੰਜਾਬੀ ਲਈ ਸ਼ੁਰੂ ਤੋਂ ਲੜਾਈ ਲੜ ਰਹੇ ਹੈ ਪਿੰਡਾਂ ਦੇ ਨਾਲ। ਤੁਸੀਂ ਹੁਣ ਗੱਲ ਕੀਤੀ ਰਾਜਨਾਥ ਸਿੰਘ ਜੀ ਦੀ, ਉਹ ਆਏ ਸੀ, ਅਸੀਂ ਉਹਨਾਂ ਨੂੰ ਇੱਕ ਮੈਮੋਰੈਂਡਮ ਦਿੱਤਾ। ਉਹਦੇ 'ਚ ਅਸੀਂ ਉਹਨਾਂ ਨੂੰ ਇਹ ਚੀਜ਼ ਦੱਸੀ ਹੈ ਕਿ ਜਿਹੜੇ 22 ਪਿੰਡ ਹੈ ਜੀ, ਇਹਨਾਂ ਦੀ ਇੱਕ ਤਾਂ ਇਹ ਕਾਰਪੋਰੇਸ਼ਨ 'ਚ ਆ ਚੁੱਕੇ ਹੈ। ਠੀਕ ਹੈ। ਤੇ ਇਹਨਾਂ ਦਾ ਪੰਚਾਇਤਾਂ ਦਾ ਭੋਗ ਪੈ ਚੁੱਕਾ। ਪੰਚਾਇਤਾਂ ਖਤਮ ਹੋ ਚੁੱਕੀਆਂ ਹੈ। ਅਸੀਂ ਕਿਹਾ ਵੀ ਜਿਹੜੇ ਇੱਕ ਤਾਂ ਸਾਨੂੰ ਇਹਨਾਂ ਦੀ ਜਿਹੜੀਆਂ ਜ਼ਮੀਨਾਂ ਸਾਡੀਆਂ ਰਹਿ ਗਈਆਂ, ਜਿਹੜੀਆਂ ਕਿ 4500 ਤੋਂ 5000 ਏਕੜ ਪਈ ਹੈ ਉਰੇ। ਹਾਲੇ 5000 ਏਕੜ ਪਈ? ਹਾਂਜੀ, ਪਈ ਹੈ ਜੀ। 5000 ਏਕੜ ਦੇ ਨੇੜੇ ਤੇੜੇ ਪਈ ਹੈ ਪਿੰਡਾਂ ਦੀ ਜ਼ਮੀਨ। ਆਫੀਸ਼ੀਅਲ ਡਾਟਾ ਜੀ, ਨੈੱਟ ਤੇ ਇਨਫੋਰਮੇਸ਼ਨ ਚੜੀ ਹੋਈ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਰੈਵਨਿਊ ਡਿਪਾਰਟਮੈਂਟ ਦੇ। ਅਸੀਂ ਕਿਹਾ ਵੀ ਇਹਨਾਂ ਨੂੰ ਕਾਰਪੋਰੇਸ਼ਨ 'ਚ ਆਇਆ ਨੂੰ ਕਾਫੀ ਦੇਰ ਹੋ ਗਈ ਹੈ, ਵੀ ਤੁਸੀਂ ਇਹਨਾਂ ਦਾ ਇੱਕ ਦਰਜਾ ਐਗਰੀਕਲਚਰ ਦਾ ਅਰਬਨ ਕਰ ਦਿਓ ਜੀ, ਤੇ ਇਹਨਾਂ ਦੇ ਕਲੈਕਟਰ ਰੇਟ ਅਰਬਨ ਦੇ ਹਿਸਾਬ ਨਾਲ ਫਿਕਸ ਕੀਤੇ ਜਾਣ। ਜਿਵੇਂ ਚੰਡੀਗੜ੍ਹ ਸ਼ਹਿਰ ਦੇ ਨੇ ਉਸੇ ਤਰ੍ਹਾਂ ਹੀ ਕਲੈਕਟਰ ਤੈਅ ਕੀਤੇ। ਹਾਂਜੀ ਹਾਂਜੀ, ਉਸੇ ਤਰ੍ਹਾਂ ਤੈਅ ਕੀਤੇ। ਕਿੰਨਾ ਕੁ ਫਰਕ ਹੈ ਹੁਣ? ਤਾਂ ਜੀ ਜ਼ਮੀਨ ਆਸਮਾਨ ਦਾ ਫਰਕ ਹੈ। ਓਕੇ। ਇੱਕ ਜ਼ਮੀਨ ਹੈ, ਇੱਕ ਆਸਮਾਨ ਹੈ।
ਓਕੇ। ਇਹਦੇ ਲਈ ਅਸੀਂ ਸ਼ੁਰੂ ਕਾਫੀ ਮਤਲਬ ਦੇਰ ਜਿਹੜੀ ਜ਼ਮੀਨ ਤੇ ਖੇਤੀ ਹੁੰਦੀ ਆ ਉਪਜਾਊ ਹੈ, ਹਾਂਜੀ ਹਾਂਜੀ ਉਹਦਾ ਰੇਟ ਬਹੁਤ ਘੱਟ ਆ, ਹਾਂਜੀ। ਪਰ ਜਿਹੜੀ ਪੱਥਰ ਵਾਲੇ ਸ਼ਹਿਰ ਦੀ ਜ਼ਮੀਨ ਹੈ ਉਹਦਾ ਰੇਟ ਬਹੁਤ ਜ਼ਿਆਦਾ। ਉਹਦਾ ਰੇਟ ਬਹੁਤ ਜ਼ਿਆਦਾ ਹੈ। ਇਹਦੇ ਲਈ ਅਸੀਂ ਟਾਈਮ ਤੇ ਡੀਸੀ ਸਾਹਿਬ ਨੂੰ, ਇਹ ਮੇਰੇ ਕੋਲ ਕਾਗਜ਼ ਵੀ ਹੈ, ਜੀ ਜੀ ਅਸੀਂ ਅਤੇ ਮਿਲ ਕੇ ਸਾਡੇ ਪਾਰਟੀ ਪ੍ਰੈਜ਼ੀਡੈਂਟ ਅਸੀਂ ਅਰੁਣ ਸੂਦ ਦੇ ਨਾਲ ਗਵਰਨਰ ਸਾਹਿਬ ਨੂੰ, ਡੀਸੀ ਸਾਹਿਬ ਨੂੰ, ਹੋਮ ਸੈਕਟਰੀ ਨੂੰ, ਸਾਰਿਆਂ ਨੂੰ ਰਿਪਰੈਜ਼ੈਂਟੇਸ਼ਨਾਂ ਵੀ ਦਿੱਤੀਆਂ। ਤੇ ਇਹਦਾ ਇੱਕ ਹੋਇਆ, ਸਾਡਾ ਕਲੈਕਟਰ ਰੇਟ ਪਿਛਲੇ ਸਾਲ ਵਧਿਆ ਵੀ ਸੀ, ਜਿਹੜਾ 5-6 ਸਾਲ ਬਾਅਦ ਵਧਿਆ ਸੀ। 10% ਐਗਰੀਕਲਚਰ ਦਾ ਹੀ ਵਧਿਆ ਸੀ ਲੈਂਡ ਦਾ। ਅਸੀਂ ਇਸ ਵਾਰ ਫੇਰ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਕਿ ਸਾਡਾ ਉਹਦਾ ਅਰਬਨ ਦੇ ਹਿਸਾਬ ਨਾਲ ਕੀਤਾ ਜਾਵੇ। 10% ਬੜਾ ਘੱਟ ਹੈ। ਤੁਹਾਡੀਆਂ ਗੱਲਾਂ ਸੁਣ ਕੇ ਨਾ ਮੈਨੂੰ ਯਾਦ ਆ ਗਿਆ, ਮੈਂ ਜਿਹੜੀ ਕਿਤਾਬ ਲਿਖੀ ਸੀ ਉਹਦੇ 'ਚ ਮੈਂ 1 ਨਵੰਬਰ 1966 ਤੋਂ ਲੈ ਕੇ ਤੇ 2010 ਤੱਕ ਜਿਹੜੀ ਜ਼ਮੀਨ ਤੁਹਾਡੇ ਪਿੰਡਾਂ ਦੀ ਐਕਵਾਇਰ ਕੀਤੀ ਉਹਦੇ ਵੇਰਵੇ ਦੱਸੇ ਸੀ, ਕਿਹੜੀ ਡੇਟ ਨੂੰ ਕਿੰਨੀ ਐਕਵਾਇਰ ਕੀਤੀ, ਕੀ ਰੇਟ ਸੀ, ਕਾਹਦੇ ਲਈ ਕੀਤੀ। ਹਾਂਜੀ। ਤੇ ਮੈਨੂੰ ਯਾਦ ਹੈ ਜਿਹੜਾ ਸੈਕਟਰ 33 ਵਸਿਆ ਹੁਣ, ਜਿੱਥੇ 1 ਇੰਚ ਦਾ ਰੇਟ ਲੱਖਾਂ 'ਚ ਹੈ, ਉੱਥੇ 100 ਰੁਪਏ ਦੇ ਕਰੀਬ ਏਕੜ ਜ਼ਮੀਨ ਜਿਹੜੀ ਸੀ ਉਹ ਅਗਲਿਆਂ ਨੇ, ਹਾਕਮਾਂ ਨੇ ਜਿਹੜੀ ਹੈ ਗ੍ਰਹਿਣ ਕੀਤੀ ਸੀ, ਲੁੱਟ ਲਈ ਹੀ ਕਵਾਂਗੇ। ਤਰਲੋਚਨ ਜੀ, ਮੈਂ ਤੁਹਾਡੀ ਕਿਤਾਬ ਪੜ੍ਹੀ ਜਦੋਂ, ਮੈਨੂੰ ਨਾ ਬੜਾ ਦੁੱਖ ਲੱਗਿਆ, ਕਿਉਂਕਿ ਤੁਸੀਂ ਜਦੋਂ ਇਹਦੇ 'ਚ ਦੱਸਿਆ ਬਾਲਿਆਂ ਦੇ ਹਿਸਾਬ ਦੀ ਇੱਕ ਗੱਲ ਕੀਤੀ ਹੋਈ ਹੈ, ਤੁਸੀਂ ਤੂੜੀ ਵਾਲੇ ਦੇ ਬਾਲੇ, ਜਿੰਨੇ ਘਰ ਦੇ ਖਾਣ ਨੇ ਬਾਲੇ ਛੱਤ ਹੈ। ਦੇ, ਪਟਵਾਰੀ ਨੇ ਕਿਹਾ ਇੱਕ ਖਾਨ ਦਾ ਰੇਟ 100 ਰੁਪਇਆ, 10 ਦਾ 1000 ਚੱਕ ਤੇ ਭੱਜ ਜਾਏ। ਤੇ ਭੱਜ। ਹੁਣ ਇਹ ਉਸ ਸਮੇਂ ਦੀ ਜਿਹੜੀ ਮੌਜੂਦਾ ਸਰਕਾਰ ਸੀ, ਇਹ ਤੋਂ ਵੱਧ ਜ਼ੁਲਮ ਮੇਰੇ ਹਿਸਾਬ ਨਹੀਂ ਕਿ ਬਾਲਿਆਂ ਦੇ ਹਿਸਾਬ ਨਾਲ ਤੁਹਾਨੂੰ ਪੈਸਾ ਦੇ ਕੇ ਉਹਦੇ ਤੋਂ ਕੱਢ ਦਿੱਤਾ ਜਾਵੇ ਤੇ ਤੋੜ ਦਿੱਤਾ ਜਾਵੇ, ਉਜਾੜ ਦਿੱਤਾ ਜਾਵੇ। ਜੀ ਜੀ ਜੀ। ਉਹ ਦਰਦ ਮੈਂ ਜਦੋਂ ਪੜ੍ਹਿਆ, ਮੈਨੂੰ ਵੀ ਚਲੋ ਕਈ ਚੀਜ਼ਾਂ ਪੜ੍ਹ ਕੇ ਪਤਾ ਲੱਗਦੀਆਂ, ਕਿਉਂਕਿ ਅਸੀਂ ਤਾਂ ਜੰਮੇ, ਮੇਰੇ ਪਿਤਾ ਜੀ ਵੀ ਸਰਪੰਚ ਰਹੇ ਸਾਰੰਗਪੁਰ ਪਿੰਡ ਦੇ, ਗੁਰਨਾਮ ਸਿੰਘ ਸਿੱਧੂ। ਉਹ ਬੜੇ ਟਾਈਮ ਤੇ ਲੜਦੇ ਰਹੇ ਇਹ ਚੀਜ਼ਾਂ ਵਾਸਤੇ। ਦਾਦਾ ਜੀ ਵੀ ਮੇਰੇ ਪੰਚਾਇਤ ਮੈਂਬਰ ਸੀ ਸਾਰੰਗਪੁਰ ਦੇ। ਤੇ ਹੁਣ ਮੈਂ ਜਦੋਂ ਦਾ ਇਹਦੇ 'ਚ ਆਇਆ, ਮੈਂ ਪਿੰਡਾਂ ਦੀ ਕਾਰਪੋਰੇਸ਼ਨ 'ਚ ਵੀ ਆਵਾਜ਼ ਚੱਕੀ ਹੈ ਤੇ ਹਰੇਕ ਉਹਦੇ ਤੇ ਚੱਕੀ ਹੈ, ਪਰ ਸਾਡਾ ਪਾਰਟੀ ਨੇ ਵੀ ਪੂਰਾ ਸਾਥ ਦਿੱਤਾ ਹੈ। ਮੈਂ ਇਹਦੇ 'ਚ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਰਾਜਨਾਥ ਸਿੰਘ ਹੋਣਾ ਨੂੰ ਹੋਰ ਕੀ ਤੁਸੀਂ ਮੁੱਦਾ ਉਠਾਇਆ? ਇੱਕ ਤੇ ਇਹ ਹੋ ਗਿਆ ਵੀ ਸ਼ਹਿਰੀ ਪੱਧਰ ਤੇ ਕਲੈਕਟਰ ਰੇਟ ਤੈਅ ਕੀਤਾ ਜਾਵੇ। ਹਾਂਜੀ। ਦੂਜਾ ਮੁੱਦਾ ਅਸੀਂ ਇਹ ਚੱਕਿਆ ਵੀ ਇਹ ਜਿਹੜੀ ਰੈੱਡ ਲਾਈਨ ਹੈ, ਇਹਨੂੰ ਅਬੋਲਿਸ਼ ਕਰ ਦਿੱਤਾ ਜਾਵੇ। ਇਹਦਾ ਹੁਣ ਕੋਈ ਮਹੱਤਵ ਨਹੀਂ ਰਹਿ ਗਿਆ ਜੀ, ਕਿਉਂਕਿ ਕਾਫੀ ਜਦੋਂ ਹੀ ਲੋਕ ਸਭਾ ਦੀ ਇਲੈਕਸ਼ਨ ਆਉਂਦੀ ਹੈ, ਭਾਵੇਂ ਬੀਜੇਪੀ ਦਾ ਕੈਂਡੀਡੇਟ ਹੋਵੇ, ਭਾਵੇਂ ਕਾਂਗਰਸ ਦਾ ਹੋਵੇ, ਮੋਸਟਲੀ ਤੇ ਇਹੀ ਰਹੇ ਨੇ ਜਾਂ ਹੋਰ ਪਾਰਟੀ ਦਾ, ਉਹ ਜਦੋਂ ਪਿੰਡਾਂ 'ਚ ਜਾਂਦੇ ਨੇ ਤੇ ਇਹੀ ਭੁਲਾਵਾ ਦਿੰਦੇ ਨੇ। ਮੈਂ ਤੇ 4-5 ਇਲੈਕਸ਼ਨਾਂ ਕਵਰ ਕੀਤੀਆਂ ਨੇ, ਜੇ ਮੈਂ ਐਮਪੀ ਬਣ ਗਿਆ ਲਾਲ ਡੋਰੇ ਨੂੰ ਇੱਥੋਂ ਢਹਿ ਢੇਰੀ ਕਰ ਦਾਂਗੇ, ਪਰ ਉੱਥੇ ਹੀ ਖੜਾ। ਤਰਲੋਚਨ ਜੀ, ਮੈਨੂੰ ਵੀ ਮੌਕਾ ਮਿਲਿਆ, ਮੈਂ ਵੀ ਪੱਤਰਕਾਰ ਪੇਸ਼ੇ ਤੋਂ ਬਿਲੋਂਗ ਕਰਦਾ। ਇੱਕ ਪਹਿਲੀ ਵਾਰ ਹੋਇਆ ਹੈ ਜਿਹੜੇ ਰੈੱਡ ਲਾਈਨ ਦਾ ਨਾ CLU ਦਾ ਇੱਕ ਲੈਂਡ ਪੁਲਿੰਗ ਸਕੀਮ ਅਸੀਂ ਮੰਗੀ ਹੈ, ਜਿਹੜੇ ਰਹਿ ਗਏ ਹੈ, ਜਿਹੜਾ ਉਜਾੜਾ ਹੋ ਚੁੱਕਿਆ ਉਹ ਵਾਪਸ ਤਾਂ ਆਉਣਾ ਨਹੀਂ, ਪਰ ਜਿਹੜੀ ਚੀਜ਼ ਬਚੀ ਹੈ ਅਸੀਂ ਉਹਨੂੰ ਬਚਾ ਲਈਏ। ਉਹ ਸਾਡਾ ਉਜਾੜਾ ਨਾ ਹੋ, ਜਿਹੜੇ 22 ਪਿੰਡ ਹੈ ਉਹ ਨਾ ਉਜੜਨ, ਉਹਨਾਂ ਨੂੰ ਜੋ ਉਹਨਾਂ ਦਾ ਹਿੱਸਾ ਰਹਿੰਦਾ ਉਰੀ ਮਿਲ ਜਾਵੇ, ਇੱਧਰ ਹੀ ਮਿਲ ਜਾਵੇ। ਉਹਦੇ ਵਾਸਤੇ ਅਸੀਂ ਇੱਕ ਕਿਹਾ ਸੀ ਵੀ ਪੰਜਾਬ ਹਰਿਆਣਾ ਹੁਣ ਤਾਂ ਆਲ ਇੰਡੀਆ 'ਚ ਹੀ ਹੈ, ਚਾਹੇ ਕੋਈ ਦਿੱਲੀ ਹੋਵੇ, ਇੱਕ ਲੈਂਡ ਪੁਲਿੰਗ ਤੇ CLU ਸਕੀਮ ਚੱਲਦੀ ਹੈ, ਹਿੱਸੇਦਾਰੀ ਸਕੀਮ ਚੱਲਦੀ ਹੈ। ਉਹਦੇ 'ਚ ਜ਼ਿਮੀਂਦਾਰ ਦਾ ਹਿੱਸਾ ਚਾਹੇ ਉਹ ਕਿਸੇ ਕਾਸਟ ਤੋਂ ਹੋਵੇ, SC ਕਾਸਟ ਤੋਂ ਹੋਵੇ, ਬਾਹਮਣ ਤੋਂ ਹੋਵੇ, ਜੱਟ ਤੋਂ ਹੋਵੇ, ਕਿਸੇ ਤੋਂ ਹੋਵੇ, ਜ਼ਿਮੀਂਦਾਰ ਜਿਹਦੀ ਜ਼ਮੀਨ ਹੈ ਉਹਨੂੰ ਉਹਦੇ ਹਿੱਸੇ ਨਾਲ ਬਣਦਾ ਉਹਨੂੰ ਡਿਵੈਲਪ ਕਰਕੇ ਦੇ ਦਿੱਤਾ ਜਾਵੇ, ਤੇ ਤਾਂ ਕਿ ਉਹ ਸਾਰੀ ਉਜੜੇ ਨਾ, ਉਹਦੀ ਰੀਹੈਬਿਲਿਟੇਸ਼ਨ ਹੋਈ ਰਹੇ। ਤੇ ਇਹ ਅਸੀਂ ਸਾਡੇ ਪਾਰਟੀ ਪ੍ਰੈਜ਼ੀਡੈਂਟ ਨੇ ਵੀ, ਅਰੁਣ ਸੂਦ ਜੀ ਨੇ ਵੀ ਚੱਕਿਆ, ਤੇ ਹੁਣ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਕੰਪਨੀ ਹਾਇਰ ਹੋਈ ਹੈ ਲੈਂਡ ਪੂਲਿੰਗ ਵਾਸਤੇ, ਜੋ ਬੰਗਲੌਰ ਬੇਸਡ ਕੰਪਨੀ ਹੈ। ਉਹਨੇ ਸਰਵੇ ਚੱਲ ਰਿਹਾ, ਹੁਣ ਵੀ ਚੱਲ ਰਿਹਾ ਸਰਵੇ, ਮੇਰਾ 1.5-2 ਸਾਲ ਹੋ ਗਿਆ। ਉਹ ਥੋੜਾ ਜਿਹਾ ਹੋ ਰਿਹਾ ਹੈ ਵੀ ਉਹਦੇ 'ਚ ਉਹ ਸਰਵੇ ਚੱਲ ਰਿਹਾ, ਜਿਸ ਦਿਨ ਉਹ ਸਰਵੇ ਪੂਰਾ ਹੋ ਗਿਆ ਕੋਈ ਨਾ ਕੋਈ ਪੋਜ਼ਿਟਿਵ ਰਿਜ਼ਲਟ ਨਿਕਲਣ ਦੀ ਪੂਰੀ ਉਮੀਦ ਹੈ। ਧਰਮਿੰਦਰ ਜੀ, ਤੁਸੀਂ ਵੀ ਨਾਲ ਸੀ ਜਦੋਂ ਰਾਜਨਾਥ ਸਿੰਘ ਹੁਣਾਂ ਨੂੰ ਮਿਲੇ ਸੀ, ਮੁੱਖ ਤੌਰ ਤੇ ਰਾਜਨਾਥ ਹੁਣਾਂ ਨੇ ਕੀ ਭਰੋਸਾ ਦਿੱਤਾ, ਕਿੰਨਾ ਕੁ ਸੋਲਿਡ ਤੁਹਾਨੂੰ ਉਹਨਾਂ ਨੇ ਸ਼ੋਰ ਕੀਤਾ? ਸਰ, ਅਸੀਂ ਪਿੰਡਾਂ ਦੇ ਨੁਮਾਇੰਦੇ ਹਾਂ, ਸਾਡਾ ਹੱਕ ਬਣਦਾ ਅਸੀਂ ਪਿੰਡਾਂ ਦੀ ਆਵਾਜ਼ ਚੁੱਕੀਏ। ਅਸੀਂ ਮੌਕੇ ਦੇ ਉੱਪਰ ਰਾਜਨਾਥ ਸਿੰਘ ਜੀ ਆਪਣੇ ਦੇਸ਼ ਦੇ ਰੱਖਿਆ ਮੰਤਰੀ, ਬਹੁਤ ਹੀ ਸੁਲਝੇ ਹੋਏ ਲੀਡਰ ਨੇ। ਆਪਾਂ ਨੇ ਉਹਨਾਂ ਨੂੰ ਆਪਣੇ ਪਿੰਡਾਂ ਬਾਰੇ ਦੱਸਿਆ ਕਿ ਸਾਡੇ ਪਿੰਡ ਜਦ ਪੰਚਾਇਤਾਂ ਭੰਗ ਕੀਤੀਆਂ ਗਈਆਂ ਤਾਂ ਸਾਨੂੰ ਗਵਰਨਰ ਸਾਹਿਬ ਉਸ ਟਾਈਮ BP ਸਿੰਘ ਬਦਨੌਰ ਜੀ ਨੇ, ਉਹਨਾਂ ਨੇ ਆਸ਼ਵਾਸਨ ਦਿੱਤਾ ਸੀ ਕਿ ਅਸੀਂ ਤੁਹਾਡੀ ਜਿਹੜੀ ਵੀ ਜ਼ਮੀਨ ਹੈ ਸਾਰੀ ਅਸੀਂ ਕਾਰਪੋਰੇਸ਼ਨ ਦੇ ਅਧੀਨ ਲਵਾਂਗੇ। ਇਹਦੇ ਵਾਸਤੇ 30 ਨਵੰਬਰ ਨੂੰ ਨੋਟੀਫਿਕੇਸ਼ਨ ਵੀ ਹੋਈ ਹੈ, ਇਹ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ। 30 ਨਵੰਬਰ 2018 ਹਾਂ, 30 ਨਵੰਬਰ 2018 ਨੂੰ ਹਾਂਜੀ ਹਾਂ ਇਹ ਹੋਈ ਹੈ। ਲੇਕਿਨ ਮਗਰ
ਫਿਰ ਦੁਬਾਰਾ ਜਿਹਦੇ ਚ ਜ਼ਮੀਨ ਵੀ ਕਹਿਤਾ ਸੀ ਵੀ ਕਾਰਪੋਰੇਸ਼ਨ ਨੂੰ ਦੇ। ਹਾਂਜੀ ਹਾਂਜੀ, ਜ਼ਮੀਨ ਵੀ ਸਾਰੀ ਕਾਰਪੋਰੇਸ਼ਨ ਦੇ ਅਧੀਨ, ਸਾਰਾ ਕੁਝ ਚਾਹੇ ਲਾਲ ਡੋਰੇ ਦੇ ਬਾਹਰ ਕੁਝ ਵੀ ਬਣਿਆ ਹੋਇਆ ਸਾਰਾ ਕਾਰਪੋਰੇਸ਼ਨ ਦੇ ਅਧੀਨ। ਮਗਰ 1.5-2 ਮਹੀਨੇ ਦੇ ਬਾਅਦ ਇਹ ਡੀ ਨੋਟੀਫਿਕੇਸ਼ਨ ਕਰਦੀ ਕਿ ਸਿਰਫ ਰੈੱਡ ਲਾਈਨ ਦੇ ਅੰਦਰ ਵਾਲੀ ਜਿਹੜੀ ਲਾਲ ਲਕੀਰ ਦਾ ਦਾਇਰਾ ਹੀ ਹੈ ਉਹੀ ਕਾਰਪੋਰੇਸ਼ਨ ਦੇ ਅਧੀਨ ਹੈ, ਬਾਕੀ ਸਾਰਾ ਬਾਹਰ ਹੈ। ਪੈਰੀਫੇਰੀ ਕੰਟਰੋਲ ਐਕਟ 'ਚ ਆ ਗਿਆ। ਹਾਂਜੀ, ਉਹ ਪੈਰਾਫਾਈ 18 ਜਨਵਰੀ 2019 ਦਾ ਲੈਟਰ ਹੈ ਤੁਹਾਡਾ, ਮਤਲਬ 49 ਦਿਨਾਂ ਬਾਅਦ ਹਾਂਜੀ ਉਹ ਜਿਹੜਾ ਆ ਬੈਕ ਗੇਅਰ ਲਾ ਲਿਆ। ਬਿਲਕੁਲ ਲਾ ਲਿਆ। ਫਿਰ ਉਹਦੇ ਨਾਲ ਨੁਕਸਾਨ ਕੀ ਹੋਇਆ? ਨੁਕਸਾਨ ਜੀ ਪਿੰਡਾਂ ਵਾਲੇ ਨਾਲ ਧੋਖਾ ਹੋਇਆ। ਪਹਿਲਾਂ ਪੰਚਾਇਤਾਂ ਸੀ, ਕਾਫੀ ਕੁਝ ਸੀ, ਚਲੋ ਤੋੜਿਆ। ਅਸੀਂ ਤਾਂ ਡਿਵੈਲਪਮੈਂਟ, ਪਿੰਡਾਂ ਦੀ ਡਿਵੈਲਪਮੈਂਟ ਚਾਹੀਦੇ ਆ, ਚਾਹੇ ਕੋਈ ਜਿਹੜਾ ਮਰਜ਼ੀ ਆਏ, ਆਪਣੇ ਚੰਡੀਗੜ੍ਹ ਦੀ ਤਰੱਕੀ ਹੋਣੀ ਚਾਹੀਦੀ ਹੈ। ਅਸੀਂ ਪਿੰਡਾਂ ਦੇ ਭੋਲੇ ਲੋਕ ਆ, ਅਸੀਂ ਚੰਡੀਗੜ੍ਹ ਸ਼ਹਿਰ ਦੀ ਤਰੱਕੀ ਚਾਹੁੰਦੇ ਆ। ਤੁਸੀਂ ਸਵਾਦ ਦੀ ਗੱਲ ਕਹੀ ਹੈ, ਜਾਂ ਤੁਸੀਂ ਪਿੰਡਾਂ ਦੇ ਭੋਲੇ ਲੋਕ ਜੇ, ਜਾਂ ਪਿੰਡਾਂ ਦੇ ਘੋਲੀ ਲੋਕ ਜੇ, ਜਾਂ ਇਹ ਕਹਿ ਲਈਏ ਵੀ ਪਿੰਡਾਂ ਦੇ ਲੋਕ, ਮੈਂ ਬੇਸਮਝ ਤੇ ਨਹੀਂ ਕਹੂੰਗਾ, ਮੈਂ ਕਹੂੰਗਾ ਸਧਾਰਨ ਲੋਕ ਨੇ। ਇਹ ਤੁਸੀਂ ਜਿਹੜੀ 18-19 ਦੀ ਗੱਲ ਕੀਤੀ ਹੈ, ਉਦੋਂ ਸਰਕਾਰ ਕਿਹੜੀ ਸੀ? ਕਾਰਪੋਰੇਸ਼ਨ 'ਚ ਕੌਣ ਸੀ ਕਾਬਜ? ਬੀਜੇਪੀ ਸੀ। ਤੇ ਫਿਰ ਤੁਹਾਡੀ ਸਰਕਾਰ ਸੀ। ਸਰਕਾਰਾਂ ਤਾਂ ਚਲੋ ਸਾਂਝੀਆਂ ਹੀ ਆ, ਸਾਰੇ ਹੀ ਆ, ਲੇਕਿਨ ਪਰ ਜੋ ਹੋਇਆ ਇਹ ਪਿੰਡਾਂ ਵਾਲਿਆਂ ਦੇ ਨਾਲ ਮੰਦਭਾਗਾ ਹੋਇਆ। ਸਤਿੰਦਰ ਜੀ, ਮੈਂ ਉੱਥੇ ਹੀ ਆਉਂਗਾ। ਆਪਾਂ ਲਾਲ ਡੋਰੇ ਦੀ ਗੱਲ ਕਰੀਏ। ਮੈਂ ਤੁਹਾਨੂੰ ਦੱਸਿਆ 4-5 ਇਲੈਕਸ਼ਨਾਂ ਜਿਹੜੀਆਂ ਕਵਰ ਕੀਤੀਆਂ ਜਦੋਂ ਟ੍ਰਿਬਿਊਨ ਸੀ, ਬਹੁਤ ਨੇੜਿਓਂ, ਕਿਉਂਕਿ ਉਹਦਾ ਮੁੱਦਾ ਹੀ ਇਹੀ ਸੀ, ਲਾਲ ਡੋਰਾ ਖਤਮ ਕਰੋ, ਲਾਲ ਲਕੀਰ ਖਤਮ ਕਰੋ। ਕਿਉਂਕਿ ਲਾਲ ਲਕੀਰ ਦੇ ਬਾਹਰ ਪਿੰਡ ਹੱਲੋਮਾਰੇ ਦੀ ਗੱਲ ਕਰ ਲਈਏ, 10% ਆਬਾਦੀ ਲਾਲ ਡੋਰੇ ਦੇ ਅੰਦਰ ਹੈ ਤੇ 90% ਬਾਹਰ ਹੈ। ਹਜ਼ਾਰਾਂ ਲੋਕ ਜਿਹੜੇ ਨੇ ਲਾਲ ਡੋਰੇ ਤੋਂ ਬਾਹਰ ਵੱਸ ਚੁੱਕੇ ਨੇ, ਪਰ ਉਹਨਾਂ ਨੂੰ ਬਣਦੀਆਂ ਸਹੂਲਤਾਂ ਜਿਹੜੀਆਂ ਨੇ ਜਿਉਣ ਦੀਆਂ ਪੂਰੀਆਂ ਨਹੀਂ ਮਿਲਦੀਆਂ। ਮੇਰਾ ਸਵਾਲ ਇਹ ਹੈ ਵੀ ਲਾਲ ਡੋਰਾ ਜਿਹੜਾ ਆ, ਜਦੋਂ ਤੁਸੀਂ ਜੰਮੇ ਨਹੀਂ ਉਦੋਂ ਤੋਂ ਚੱਲ ਰਿਹਾ ਵੀ ਇਹ ਖਤਮ ਕਰੋ, ਇਹ ਖਤਮ ਹੋ ਜਾਊਗਾ? ਤਲੋਚਨ ਜੀ, ਮੈਂ ਤੁਹਾਨੂੰ ਹੁਣੇ ਇੱਕ ਚੀਜ਼ ਦੱਸ ਕੇ ਹਟਿਆ ਹਾਂ, ਲੈਂਡ ਪੂਲਿੰਗ CLU ਪਾਲਿਸੀ ਜੀ ਤੇ ਅਬੋਲਿਸ਼ਮੈਂਟ ਆਫ ਰੈੱਡ ਲਾਈਨ। ਹੁਣ ਤੱਕ ਗੱਲ ਚੱਲੀ ਹੈ ਐਕਸਟੈਂਸ਼ਨ ਦੀ, ਵੀ ਲਾਲ ਡੋਰਾ ਵਧਾ ਦਿੱਤਾ ਜਾਵੇ, ਜਿਹੜਾ ਕਿ ਬੜਾ ਇੰਪੋਸੀਬਲ ਚੀਜ਼ ਲੱਗਦੀ ਹੈ। ਪਰ ਅਬੋਲਿਸ਼ ਤੇ ਲੈਂਡ ਪੂਲਿੰਗ ਤੇ CLU ਆਉਣ ਨਾਲ ਤੁਹਾਡੇ ਜਿੰਨੇ ਮਕਾਨ ਹੈ ਰੈਗੂਲਾਈਜ਼ਡ ਹੋ ਜਾਣਗੇ। ਆਟੋਮੈਟਿਕ ਲਾਲ ਡੋਰਾ ਖਤਮ ਹੋ ਗਿਆ ਜਦੋਂ ਚੇਂਜ ਐਂਡ ਲੈਂਡ ਯੂਜ਼ ਆਇਆ ਤੇ ਲੈਂਡ ਪੂਲਿੰਗ ਆ ਗਿਆ, ਤੇ ਤੁਹਾਡੇ ਜਿਹੜੇ ਬਾਹਰ ਦੀ ਆਬਾਦੀ ਹੈ ਉਹਦੇ ਚਾਰਜ ਭਰਾ ਕੇ ਰੈਗੂਲਰ ਹੋ ਜਾਣਗੇ ਤੇ ਲਾਲ ਡੋਰਾ ਆਟੋਮੈਟਿਕ ਅਬੋਲਿਸ਼ ਹੋ ਜਾਊਗਾ। ਜਿਹੜਾ ਕਿ ਅਸੀਂ ਇਹਦੇ 'ਚ ਟਾਈਮ ਤੇ ਰਿਪਰੈਜ਼ੈਂਟੇਸ਼ਨਾਂ ਵੀ ਦਿੱਤੀਆਂ ਹੈ। ਮੈਂ ਨਾਲ ਲੈ ਕੇ ਆਇਆ, ਸਾਰਾ ਰਿਕਾਰਡ ਮੇਰੇ ਨਾਲ ਪਿਆ ਹੈ, ਤੁਹਾਨੂੰ ਵੀ ਦਿਖਾਇਆ ਹੈ। ਲੱਗੇ ਰਹਿੰਦੇ ਅਸੀਂ ਲੱਗੇ ਹੋਏ ਹਾਂ। ਅਸੀਂ, ਸਾਡੀ ਕਹਿਣੀ ਤੇ ਕਰਨੀ 'ਚ ਫਰਕ ਨਹੀਂ ਹੈ ਵੀ ਅਸੀਂ ਕਹਿ ਦਿੱਤਾ ਕਰਾਂਗੇ। ਸਾਡਾ ਉਹ ਨਹੀਂ ਹੈ ਵੀ ਅਸੀਂ ਕਾਂਗਰਸ ਜਿਵੇਂ ਕਹਿਤਾ ਹੋਰ ਕਰਾਂਗੇ। ਮੈਂ ਸਤਿੰਦਰ ਜੀ ਟ੍ਰਿਬਿਊਨ 'ਚ ਕੰਮ ਕਰਦੇ ਆ। ਹਾਂਜੀ। ਨਜਾਇਜ਼ ਕਬਜ਼ਾ ਹਟਾਓ ਮੁਹਿੰਮ ਜਿਹੜੀ ਸੀ ਪ੍ਰਸ਼ਾਸਨ ਦੀ, ਬਹੁਤ ਨੇੜਿਓਂ ਦੇਖੀ। ਪਿੰਡ ਪਲਸੌਰੇ ਦੀ ਯਾਦ ਹੈ, ਖੁੱਡਾ ਵਾਲੀ ਸ਼ੇਰ ਦੀ ਯਾਦ ਹੈ, ਕੈਮ ਵਾਲੀ ਦੀ ਯਾਦ, ਸਾਰੇ ਪਿੰਡਾਂ 'ਚ ਚੱਲਦੀ ਸੀ। ਕਿਵੇਂ ਬਲਡੋਜ਼ਰ ਚੱਲਦੇ ਸੀ, ਕਿਵੇਂ ਤੁਹਾਡੇ ਵਰਗੇ ਪਿੰਡਾਂ ਦੇ ਲੋਕ ਕੀ ਚਿਹਾੜਾ ਪਾਉਂਦੇ ਜੀ, ਕਦੀ ਧਰਨੇ ਮਾਰਦੇ ਸੀ। ਪਰ ਲਾਲ ਡੋਰੇ ਤੋਂ ਬਾਹਰ ਜੇ ਕਿਸੇ ਜੱਦੀ ਪੰਜਾਬੀ ਨੇ 4 ਇੱਟਾਂ ਵੀ ਲਾ ਲੀਆਂ ਤੇ ਐ ਢਹਿ ਢੇਰੀ ਕਰ ਦਿੰਦੇ ਸੀ। ਦੂਸਰੇ ਪਾਸੇ ਜਿਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਬਾਹਰੋਂ ਆਏ ਸੀ, ਉਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਸੀ ਸਰਕਾਰੀ ਜ਼ਮੀਨ, ਅਰਬਾਂ ਰੁਪਏ ਦੀ ਸਰਕਾਰੀ ਜ਼ਮੀਨ ਤੋਂ। ਕਲੋਨੀ ਨੰਬਰ 5 ਹੋ ਸਕਦੀ ਹੈ, ਸਾਰੇ ਪਿੰਡਾਂ ਦੇ ਬਾਹਰ ਕਲੋਨੀਆਂ ਵਸੀਆਂ। ਉਹਨਾਂ ਨੂੰ ਜਦੋਂ ਉਠਾਉਣ ਜਾਂਦਾ ਸੀ ਪ੍ਰਸ਼ਾਸਨ, ਤੇ ਉਹਨਾਂ ਨੂੰ ਅੱਗੋਂ ਫਿਰ ਡਾਂਗਾਂ ਵੱਜਦੀਆਂ ਸੀ, ਪੱਥਰ ਵੱਜਦੇ ਸੀ, ਬੜਾ ਕਲੈਸ਼ ਹੁੰਦਾ ਸੀ। ਫਿਰ 25,000 ਫਲੈਟ ਬਣਾ ਕੇ ਪ੍ਰਸ਼ਾਸਨ ਨੇ ਉਹਨਾਂ ਦਾ ਮੁੜ ਵਸੇਬਾ ਕਰਨ ਦਾ ਫੈਸਲਾ ਕੀਤਾ। ਬਹੁਤ ਚੰਗੀ ਗੱਲ ਹੈ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਹਰੇਕ ਗਰੀਬ ਨੂੰ, ਬੇਘਰ ਨੂੰ ਛੱਤ ਦੇਵੇ। ਉਹ ਫਲੈਟ ਬਣਾਏ ਕਿੱਥੇ? ਪਿੰਡਾਂ ਦੇ ਲਾਲ ਡੋਰੇ ਤੋਂ ਬਾਹਰ ਜ਼ਮੀਨ ਅਕਵਾਇਰ ਕਰਕੇ ਉਹ ਧਨਾਸ ਹੋ ਸਕਦਾ, ਹੋਰ ਪਿੰਡ ਹੋ ਸਕਦੇ। ਤੁਸੀਂ ਤਾਂ ਬਹੁਤ ਨੇੜਿਓਂ ਦੇਖਿਆ। ਜਦੋਂ ਉਹ ਪ੍ਰਵਾਸੀ ਮਜ਼ਦੂਰਾਂ ਦੇ ਮੁੜ ਵਸੇਬੇ ਦੇ ਫਲੈਟ ਬਣੇ ਤੇ ਪੈਰੀਫੇਰੀ ਕੰਟਰੋਲ ਐਕਟ ਤੋਂ 52 ਤੋਂ ਛੋੜ ਦੇ ਦਿੱਤੀ। ਜੇ ਉਹਨਾਂ ਦੀ ਲੋੜ ਮੁਤਾਬਕ ਛੋੜ ਦਿੱਤੀ, ਅਸੀਂ ਕਹਿੰਦੇ ਬਿਲਕੁਲ ਠੀਕ ਹੈ, ਬਣਾਉਣੇ ਚਾਹੀਦੇ ਸੀ। ਗਰੀਬ ਕਿਉਂ ਝੁੱਗੀਆਂ 'ਚ ਰਹਿਣ? ਪਰ ਜਦੋਂ ਤੁਸੀਂ ਮਾਲਕ ਜੀ ਚੰਡੀਗੜ੍ਹ ਦੇ, ਅਸਲ ਜਦੋਂ ਪਿੰਡਾਂ ਦੇ ਲੋਕ ਲਾਲ ਡੋਰੇ ਤੋਂ ਬਾਹਰ ਬਣਾਉਂਦੇ ਆ, ਫਿਰ ਉੱਥੇ ਬੁਲਡੋਜ਼ਰ ਕਿਉਂ ਆਉਂਦੇ? ਤਲੋਚਨ ਜੀ, ਪਹਿਲੀ ਗੱਲ ਵੀ ਅਸੀਂ ਕਿਸੇ ਦੇ ਖਿਲਾਫ ਨਹੀਂ ਹੈ, ਕਿਸੇ ਨੂੰ ਬੈਨੀਫਿਟ ਮਿਲਦਾ ਹੈ, ਰੀਹੈਬਿਲਿਟੇਸ਼ਨ ਹੁੰਦੀ ਹੈ, ਬਹੁਤ ਵਧੀਆ ਐਡਮਿਨਿਸਟ੍ਰੇਸ਼ਨ ਦੀ ਗੱਲ ਹੈ, ਬਿਲਕੁਲ ਮਿਲਣੀ ਚਾਹੀਦੀ ਹੈ, ਹੱਕ ਮਿਲਣਾ ਚਾਹੀਦਾ। ਅਸੀਂ ਕਿਸੇ ਦਾ, ਪਰ ਇਹਦੇ 'ਚ ਮੈਂ ਇੱਕ ਗੱਲ ਕਹੂੰਗਾ,
ਵੀ ਜਿਹੜੇ ਪਿੰਡਾਂ ਵਾਲੇ ਆ ਉਹਨਾਂ ਲਈ ਵੀ ਇੱਕ ਰੀਹੈਬਿਲਿਟੇਸ਼ਨ ਪੈਕੇਜ। ਰੀਹੈਬਿਲਿਟੇਸ਼ਨ ਮਤਲਬ ਸੋਸ਼ਲੀ ਐਜੂਕੇਸ਼ਨਲੀ ਉਹਨਾਂ ਨੂੰ ਉਹਨਾਂ ਦੇ ਬੱਚੇ ਪੜ੍ਹਨ ਲਿਖਣ ਮੁੜ ਤੇ ਵਸੇਬਾ ਉਹਨਾਂ ਹੋਣਾ ਨੂੰ ਚਾਹੀਦਾ। ਇੱਕ ਮੁੜ ਵਸੇਬਾ ਮਿਲੇ ਤਾਂ ਕਿ ਉਹ ਇੱਕ ਬਹੁਤ ਵਧੀਆ ਐਟਮੋਸਫੀਅਰ 'ਚ ਜਿਹੜਾ ਬਜ਼ੁਰਗਾਂ ਨੇ ਦੇਖਿਆ ਉਹ ਚੀਜ਼ ਉਹ ਨਾ ਦੇਖ ਸਕਣ। ਇਸ ਦੇ ਲਈ ਉਹ ਸਾਡੀ ਫਾਈਟ ਇਸ ਦੇ ਲਈ ਹੈ। ਲੈਂਡ ਪੂਲਿੰਗ ਤੇ CLU ਇਹ ਅਸੀਂ ਜਿਹੜੀ ਕਰ ਰਹੇ ਹਾਂ, ਜਦੋਂ ਦੇ ਅਸੀਂ ਲੱਗੇ ਹਾਂ, ਮੈਂ ਆਪਣੀ ਗੱਲ ਕਰੂੰਗਾ ਜੋ ਮੈਨੂੰ ਪਤਾ ਹੈ, ਜੋ ਮੈਂ ਦੇਖਿਆ ਹੈ। ਜੀ ਇਹਦੇ ਵਿੱਚ ਅਸੀਂ ਜੋ ਲੱਗ ਰਹੇ ਅਸੀਂ ਇਹੀ ਚੀਜ਼ ਕਹਿ ਰਹੇ ਹਾਂ ਵੀ ਸਾਡੀ ਰੀਹੈਬਿਲਿਟੇਸ਼ਨ ਕੀਤੀ ਜਾਵੇ। ਲੈਂਡ ਪੂਲਿੰਗ ਤੇ CLU ਰੀਹੈਬਿਲਿਟੇਸ਼ਨ ਹੀ ਹੈ ਤੇ ਅਬੋਲਿਸ਼ਮੈਂਟ ਆਫ ਲਾਲ ਡੋਰਾ ਰੀਹੈਬਿਲਿਟੇਸ਼ਨ ਹੀ ਹੈ। ਧਰਮਿੰਦਰ ਜੀ ਮੁੜ ਵਸੇਬੇ ਦੀ ਗੱਲ ਕਰ ਰਹੇ ਆ ਸਤਿੰਦਰ ਹੁਣੀ, ਤੁਸੀਂ ਵੀ ਆਪਣੇ ਪਿੰਡ ਲੜਦੇ ਰਹੇ ਜੇ, ਲੜੂਏ ਲੜਦੇ ਰਹੇ ਜੇ, ਤੁਹਾਨੂੰ ਬਹੁਤ ਤੁਹਾਡੀਆਂ ਨਾਅਰੇ ਸੁਣੇ ਨੇ। ਮੈਨੂੰ ਇੱਕ ਗੱਲ ਦੱਸੋ, ਮੈਂ ਕਿਤਾਬ 'ਚ ਵੀ ਲਿਖਿਆ ਆਪਣੀ 'ਚ, ਪਹਿਲੇ ਦੌਰ 'ਚ 17 ਪਿੰਡ ਉਜਾੜੇ 1952 ਤੋਂ ਲੈ ਕੇ ਤੇ ਚੰਡੀਗੜ੍ਹ ਵਸਾਉਣ ਲਈ। ਦੂਸਰੇ ਦੌਰ 'ਚ 1966 ਤੋਂ ਲੈ ਕੇ 1974 ਤੱਕ 11 ਪਿੰਡ ਕਿਸਾਨ ਵਗੈਰਾ ਉਜਾੜੇ। ਅੱਜ ਵੀ ਮੈਂ ਉਸ ਪਿੰਡਾਂ ਦੇ ਉਜਾੜੇ ਲੋਕਾਂ ਨੂੰ ਦੇਖਦਾ ਜਿਨ੍ਹਾਂ ਦੇ ਮੂੰਹਾਂ ਤੇ ਝੁਰੜੀਆਂ ਪਈਆਂ, ਬਿਰਧ ਹੋ ਗਏ, ਔਰ ਕਈਆਂ ਦੇ ਤੇ ਅਗਲੇ ਪੋਤੇ ਪੋਤੀਆਂ ਜਿਹੜੀਆਂ ਨੇ ਉਹ ਡਿਊਟੀ ਸੈਕਟਰ ਦੀਆਂ ਪੌੜੀਆਂ ਚੜ੍ਹਦੀਆਂ ਨੇ, ਸਾਡਾ ਮੁੜ ਵਸੇਬਾ ਕੀਤਾ ਜਾਵੇ। ਹਾਂਜੀ, ਇਹ ਕਿਵੇਂ ਤੁਸੀਂ ਆਸ ਕਰਦੇ ਜੇ ਵੀ ਹਾਲੇ ਤੇ 1966 ਵਾਲੇ ਜਿਹੜੇ ਨੇ 34 ਤੇ 23 ਤੁਸੀਂ ਐਡ ਕਰ ਲਓ, ਕਿੰਨੇ ਸਾਲ ਹੋਏ ਨੇ? 47 ਸਾਲ ਹੋ ਗਏ। ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਤੇ ਇਹ ਤੁਹਾਡੀਆਂ ਗੱਲਾਂ ਕੌਣ ਸੁਣੂਗਾ? ਸਰ ਅਸੀਂ ਪਿੰਡਾਂ ਦੇ ਨੁਮਾਇੰਦੇ ਆ। ਬਗੈਰ ਰੋਏ ਤਾਂ ਮਾਂ ਵੀ ਦੁੱਧ ਨਹੀਂ ਪਿਲਾਉਂਦੀ ਬੱਚੇ ਨੂੰ। ਅਸੀਂ ਪਿੰਡਾਂ ਦਾ ਮੁੱਦਾ ਚੁੱਕਦੇ ਰਹਿੰਦੇ। ਰੋਏ ਹੀ ਨਹੀਂ ਕਿ ਪਿੰਡਾਂ ਵਾਲੇ ਰੋਣਾ ਹੀ ਨਹੀਂ ਆਇਆ ਹਾਲੇ ਤੱਕ। ਬਿਲਕੁਲ ਰੋ ਰਹੇ ਆ ਜੀ। ਇਸ ਤੋਂ ਪਹਿਲਾਂ ਆਪਣੇ ਚੰਡੀਗੜ੍ਹ ਦੀ ਮਹਾਪੌਰ ਸਰਬਜੀਤ ਕੌਰ ਜੀ ਬਣੀ ਹੈ, ਉਹਨਾਂ ਦੇ ਅਧੀਨ ਪਿੰਡਾਂ ਦੀ ਕਮੇਟੀ ਬਣੀ ਸੀ ਜੀ। ਉਹਦੇ ਵਿੱਚ ਵੀ ਅਸੀਂ ਮੁੱਦਾ ਚੱਕਿਆ, ਉਹਨਾਂ ਨੇ ਅੱਗੇ ਲਿਖ ਕੇ ਦਿਆ। ਫਿਰ ਲੈਂਡਿੰਗ ਪੂਲਿੰਗ ਵਾਲਾ ਸਿਸਟਮ ਉਹਨਾਂ ਨੇ ਜਿਹੜੀ ਨੋਇਡਾ ਦੀ ਕੰਪਨੀ ਸੀ, ਤਾਂ ਮਤਲਬ ਉਹਨਾਂ ਨੇ ਪ੍ਰਸ਼ਾਸਨ ਨੇ ਲਿਖ ਕੇ ਦਿਆ ਕਿ ਲੈਂਡ ਪੂਲਿੰਗ ਵਾਲਾ ਸਿਸਟਮ ਆਪਣਾ ਚੰਡੀਗੜ੍ਹ ਦਾ ਕਿਸ ਤਰ੍ਹਾਂ ਡਿਵੈਲਪ ਹੋਏ, ਤਾਂ ਇਹ ਲਿਖ ਕੇ ਦਿੱਤਾ। ਉਸ ਤੋਂ ਬਾਅਦ ਸਾਨੂੰ ਇਹ ਪਤਾ ਨਹੀਂ, ਅਸੀਂ ਫਿਰ ਵੀ ਹਾਊਸ ਦੇ ਵਿੱਚ ਵੀ ਮੁੱਦਾ ਚੱਕਦੇ ਰਹਿੰਦੇ ਆ। ਜਦ ਵੀ ਸਾਨੂੰ ਕੋਈ ਮੌਕਾ ਮਿਲਦਾ, ਜਿੱਦਾਂ ਰਾਜਨਾਥ ਸਿੰਘ ਜੀ ਪਰਸੋਂ ਆਏ ਸੀ ਚੰਡੀਗੜ੍ਹ, ਜਦ ਵੀ ਅਸੀਂ ਮੁੱਦਾ ਚੱਕਿਆ, ਜਦ ਵੀ ਕੋਈ ਵੀ ਹੋਰ ਵੀ ਮੰਤਰੀ ਸਾਹਿਬਾਨ ਚੰਡੀਗੜ੍ਹ ਦੇ ਕੋਈ ਵੀ ਆਉਂਗੇ ਤਾਂ ਅਸੀਂ ਆਪਣੇ ਪਿੰਡਾਂ ਦਾ ਮੁੱਦਾ ਚੱਕਦੇ ਰਹੋਗੇ। ਅੱਜ ਨਹੀਂ ਤਾਂ ਕੱਲ ਆਪਣੇ ਪਿੰਡਾਂ ਦਾ ਮਸਲਾ ਅਸੀਂ ਤਾਂ ਇਹੀ ਰੱਬ ਅੱਗੇ ਅਰਦਾਸ ਕਰਾਂਗੇ, ਚੰਡੀਗੜ੍ਹ ਦੇ ਅਫਸਰਾਂ ਦੇ ਮੂਹਰੇ ਵੀ ਅਰਦਾਸ ਕਰਾਂਗੇ। ਰੋਣਾ ਨਹੀਂ ਆਇਆ ਜਾਂ ਸੁਣਵਾਈ ਕਰਨੀ ਨਹੀਂ ਆਈ। ਤੁਸੀਂ ਸਤਿੰਦਰ ਜੀ ਬੜਾ ਵਧੀਆ ਕਦਮ ਚੱਕ ਰਹੇ ਜੇ ਵੀ ਚਲੋ ਕਿਸੇ ਢੰਗ ਨਾਲ ਲਾਲ ਡੋਰੇ ਦੇ ਬਾਹਰਲੀ ਜ਼ਮੀਨ ਦਾ ਜਾਂ ਮੁਆਵਜ਼ਾ ਹੀ ਚੰਗਾ ਮਿਲਦੀ ਹੈ ਸਾਨੂੰ ਸ਼ਹਿਰੀ ਰੇਟਾਂ ਦੇ। ਜਦੋਂ ਕਿਸੇ ਪਿੰਡ 'ਚ ਮੈਂ ਵੜਦਾ, ਪਰਸੋਂ ਮੈਂ ਗਿਆ ਸੀ ਬੜਹੇੜੀ, ਉੱਥੇ ਪੰਜਾਬੀ ਤੈਸ਼ੀਆਂ ਦਾ ਇਕੱਠ ਸੀ। ਇੱਕਦਮ ਉੱਥੇ ਵੜ ਕੇ ਲੱਗਦਾ ਸੀ ਵੀ ਜਿਵੇਂ ਬਹੁਤ ਕਿਸੇ ਪਛੜੇ ਪਿੰਡ 'ਚ ਆ ਗਿਆ। ਜਦੋਂ ਮੇਰੀ ਕਾਰ ਆ ਰਹੀ ਸੀ ਚੰਡੀਗੜ੍ਹ ਦੀਆਂ ਸੜਕਾਂ 'ਤੇ ਤਾਂ ਲੱਗਦਾ ਹੈ ਬੜੇ ਖੂਬਸੂਰਤ ਸ਼ਹਿਰ 'ਚੋਂ ਮੈਂ ਨਿਕਲਦਾ ਪਿਆ। ਅਟਾਵੇ ਚਲ ਜਾਓ, ਹੱਲੋ ਮਾਜਰਾ ਚਲ ਜਾਓ, ਕਿਸੇ ਵੀ ਪਿੰਡ, ਕਜਹੇੜੀ ਚਲ ਜਾਓ, ਚੰਡੀਗੜ੍ਹ ਤੇ ਬਿਊਟੀਫੁਲ ਸਿਟੀ ਹੈ ਦੁਨੀਆ ਦਾ। ਤੇ ਜਦੋਂ ਕਿਸੇ ਪਿੰਡ 'ਚ ਚਲ ਜਾਈਏ ਤੇ ਕੋਈ ਮੁੱਢਲੀ ਸਹੂਲਤ ਵੀ ਨਹੀਂ ਗੀ, ਗਲੀਆਂ ਵੀ ਟੁੱਟੀਆਂ, ਨਾਲੀਆਂ ਵੀ ਨੰਗੀਆਂ ਤੇ ਗੰਦਗੀ ਦੇ ਵੀ ਢੇਰ ਲੱਗੇ ਆ। ਅੱਜ ਤੱਕ ਮੈਂ ਫਿਰ ਕਹੂੰਗਾ ਤੁਸੀਂ ਅਸਲ ਮਾਲਕ ਜੇ ਇਸ ਚੰਡੀਗੜ੍ਹ ਦੇ ਜਿੱਥੇ ਅਸੀਂ ਖੜੇ ਹਾਂ, ਅਸਲ ਮਾਲਕਾਂ ਨਾਲ ਇੰਨਾ ਵਿਤਕਰਾ ਕਿਉਂ? ਦੇਖੋ ਜੀ, ਜਦੋਂ ਇਹ ਕਾਰਪੋਰੇਸ਼ਨ 'ਚ ਪਹਿਲਾਂ ਪਿੰਡ ਆਏ ਉਦੋਂ ਕਾਂਗਰਸ ਗਵਰਨਮੈਂਟ ਸੀ, ਪਹਿਲੀ ਵਾਰ ਆਈ ਜਦੋਂ, ਉਦੋਂ ਇਹਨਾਂ ਨੇ ਪਿੰਡਾਂ ਨੂੰ ਬੜੀ ਘੱਟ ਕੋਈ ਗਰਾਂਟਾਂ ਦਿੱਤੀਆਂ, ਜਿਹੜੀ ਕਿ ਉਹ ਇੰਨੀਆਂ ਉਹਦੇ ਲਈ ਉਹ ਨਹੀਂ ਸੀ ਵੀ ਉਹਦੀ ਡਿਵੈਲਪਮੈਂਟ ਹੋ ਸਕੇ। ਪਰ ਹੁਣ 13 ਪਿੰਡ ਆਏ ਆ ਜੀ ਕਾਰਪੋਰੇਸ਼ਨ 'ਚ ਜੀ, 103.4 ਕਰੋੜ ਰੁਪਈਆ 13 ਪਿੰਡਾਂ ਨੂੰ ਅਲਾਟ ਹੋ ਚੁੱਕਿਆ ਜੀ, ਗਵਰਨਰ ਸਾਹਿਬ ਨੇ ਕੀਤਾ ਹੈ। ਤੇ ਜਿਹੜਾ ਆਪਾਂ ਦੱਸ ਰਹੇ ਹਾਂ ਵੀ ਪਿੰਡ ਪੱਟੇ ਹੋਏ ਆ ਜਾਂ ਇੱਦਾਂ ਹੋਏ ਆ, ਸੀਵਰੇਜ ਲਾਈਨ, ਵਾਟਰ ਲਾਈਨ, 24 ਆਵਰ ਵਾਟਰ ਸਪਲਾਈ, ਨਹਿਰੀ ਦੀ ਜਿਹੜੀ ਸਪਲਾਈ ਹੈ 22 ਪਿੰਡਾਂ 'ਚ, ਇੱਕ ਪਿੰਡ 'ਚ ਨਹੀਂ ਸਾਰੇ ਪਿੰਡਾਂ 'ਚ 24 ਘੰਟੇ ਪਾਣੀ ਰਾਤ ਦਿਨ। ਉਹ ਪ੍ਰੋਜੈਕਟ ਅਧੀਨ ਫਰਾਂਸ ਦੀ ਕੰਪਨੀ ਨਾਲ ਕਰਕੇ ਟਾਈ ਅਪ ਉਹ ਹੋ ਚੁੱਕੇ ਆ ਜੀ ਸਾਰਿਆਂ 'ਚ ਕਨੈਕਸ਼ਨ। ਦੇਖੋ ਜਦੋਂ ਆਪਾਂ ਨਵਾਂ ਮਕਾਨ ਪਾਉਂਦੇ ਆ, ਨਿਊ ਤਾਂ ਪੱਟਣੀ ਪੈਂਦੀ ਹੈ। ਇੱਕ ਵਾਰ ਜਦੋਂ ਕੋਠੀ ਪੈ ਰਹੀ ਹੁੰਦੀ ਨਾ, ਆਪਾਂ ਦੇਖਦੇ ਆ ਵੀ ਖਲਾਰਾ ਤਾਂ ਪਿਆ ਹੁੰਦਾ ਹੈ। ਪਰ ਮੈਂ ਤੁਹਾਨੂੰ ਇਹ ਦੱਸਦਾ ਵੀ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਵੀ ਪਿੰਡਾਂ ਦੀਆਂ ਸੜਕਾਂ ਕਿੱਦਾਂ ਦੀਆਂ, ਪਾਣੀ ਜਿਹੜਾ ਹੁਣ ਤੱਕ ਤਰਸ ਕੇ ਆਂਦਾ ਸੀ, ਕਿਉਂਕਿ ਟਿਊਬਵੈੱਲ ਡੂੰਘੇ ਹੋ ਗਏ, ਪਾਣੀ ਨੀਚੇ ਚਲਾ ਗਿਆ, ਉਹ ਆਉਣ ਵਾਲੇ ਕੈਂਸਰ ਨੂੰ ਆਪਾਂ ਸੱਦਾ ਦੇ ਰਹੇ ਹਾਂ। ਹੁਣ ਨਹਿਰੀ ਪਾਣੀ ਜੁੜਿਆ ਹੈ, ਉਹ ਟ੍ਰੀਟਡ ਵਾਟਰ ਹੈ, ਪਿੰਡਾਂ ਨੂੰ ਇੱਕ ਵਧੀਆ ਚੀਜ਼ ਔਰ ਸਾਫ਼ ਸੁਥਰੀ ਚੀਜ਼ ਮਿਲੂਗੀ।
ਦੇਖੋ ਇਹ ਚੀਜ਼ ਪੈਟ ਪ੍ਰੋਜੈਕਟ ਹੈ। ਆਉਣ ਵਾਲੇ ਟਾਈਮ 'ਚ ਜਿਹੜਾ ਤੁਸੀਂ ਕਿਹਾ ਵੀ ਇਹ ਪਿੰਡ ਲੱਗਦੇ ਨਹੀਂ, ਇਹ ਬਰਾਬਰ ਲੱਗਣਗੇ ਜੀ, ਕਿਉਂਕਿ ਸਾਡੀ ਲੜਾਈ ਉਹ ਇਹ ਹੈ। ਅਸੀਂ ਇਹੀ ਫਾਈਟ ਕਰ ਰਹੇ ਹਾਂ ਤੇ ਉਹ ਕੰਮ ਚੱਲ ਵੀ ਰਿਹਾ ਹੈ। 103 ਕਰੋੜ ਰੁਪਏ ਇਦਾਂ ਨਹੀਂ ਲੱਗਦਾ ਧਰਮਿੰਦਰ ਜੀ, ਜਦੋਂ ਪਿੰਡਾਂ ਦੇ ਵਸਨੀਕਾਂ ਦੀ ਗੱਲ ਕਰ ਲਈ ਚੰਡੀਗੜ੍ਹ ਦੇ, ਉਹ ਕਾਂਗਰਸੀ ਹੋ ਜਾਂਦਾ, ਉਹ ਭਾਜਪਾ ਹੀ ਹੋ ਜਾਂਦਾ, ਉਹ ਆਮ ਆਦਮੀ ਪਾਰਟੀ ਦਾ ਹੋ ਜਾਂਦਾ, ਫਿਰ ਉਹ ਪਿੰਡਾਂ ਦਾ ਨਹੀਂ ਰਹਿੰਦਾ, ਉਹਦਾ ਫਿਰ ਭਾਜਪਾ ਹੀ ਬਣ ਕੇ ਉੱਥੋਂ ਤੱਕ ਹੀ ਆਵਾਜ਼ ਕੱਢਦਾ ਜਿੱਥੋਂ ਤੱਕ ਪਤਾ ਵੀ ਅਗਲਿਆਂ ਨੇ ਸਹਿ ਲੈਣੀ, ਜਾਂ ਕਾਂਗਰਸੀ ਹੋ ਕੇ, ਜਿਵੇਂ ਇਹ ਕਹਿੰਦੇ ਵੀ ਉਦੋਂ ਕਾਂਗਰਸੀ ਸੀ। ਇਹ ਲੱਗਦਾ ਨਹੀਂ ਵੀ ਪਹਿਲਾਂ ਤਾਂ ਸਾਨੂੰ ਆਪਣੀ ਜੜ ਜਿਹੜੀ ਹੈ ਉਹਦੀ ਗੱਲ ਕਰਨੀ ਚਾਹੀਦੀ ਹੈ। ਇਹ ਕਿਤੇ ਲੱਗਦਾ ਨਹੀਂ ਖਿਲਾਅ ਹੈ ਬਹੁਤ। ਬਿਲਕੁਲ ਜੀ, ਤੁਹਾਡੀ ਬਿਲਕੁਲ ਸਹੀ ਹੈ, ਲੇਕਿਨ ਪਰ ਉਹੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ, ਪਿੰਡਾਂ ਦੇ ਲੋਕ ਭੋਲੇ ਆ। ਲੋਕ ਕਹਿ ਦਿੰਦੇ ਆ ਕਿ ਅੱਜ ਜਿੱਦਾਂ ਪਹਿਲਾਂ ਜ਼ਮਾਨਾ ਬਦਲ ਗਿਆ, ਹਲੇ ਭੋਲਾਪਣ ਗਿਆ ਨਹੀਂ। ਚਲੋ ਅੱਗੇ ਵਾਲੀ ਸਾਡੀ ਜਨਰੇਸ਼ਨ ਪੜ੍ਹ ਲਿਖ ਗਈ ਤਾਂ ਹੁਣ ਭੋਲਾਪਣ ਥੋੜਾ ਦੂਰ ਹੋ ਚੁੱਕਿਆ। ਆਪਣੇ ਬੱਚੇ ਪਿੰਡਾਂ ਦੇ ਪੜ੍ਹ ਚੁੱਕੇ ਆ, ਕਈ ਵਕੀਲ ਬਣ ਗਏ ਆ ਕੁਛ, ਤਾਂ ਹੀ ਇਹ ਐਪਲੀਕੇਸ਼ਨਾਂ ਲਿਖੀਆਂ ਜਾਂਦੀਆਂ, ਨਹੀਂ ਤਾਂ ਪਹਿਲਾਂ ਐਪਲੀਕੇਸ਼ਨ ਵੀ ਨਹੀਂ ਦੇ ਸਕਦੇ ਸੀ, ਮੈਮੋਰੈਂਡਮ ਵੀ ਨਹੀਂ ਦੇ ਸਕਦੇ ਸੀ। ਹਾਂ ਠੀਕ ਹੈ ਜੀ, ਜਿਸ ਟਾਈਮ ਮੌਕੇ ਦੀ ਸਰਕਾਰ ਹੈ, ਸਾਡੇ ਪਿੰਡਾਂ ਦਾ ਲੋਕਾਂ ਦਾ ਫਰਜ਼ ਵੀ ਬਣਦਾ ਕਿ ਉਸ ਸਰਕਾਰ ਦੇ ਅਧੀਨ ਹੀ ਮੰਗ ਰੱਖੀ ਜਾਏਗੀ ਸਾਡੇ ਪਿੰਡਾਂ ਦੀ ਕਿਸ ਤਰੀਕੇ ਨਾਲ ਡਿਵੈਲਪ ਹੋ ਸਕੇ, ਕਿਸ ਤਰੀਕੇ ਨਾਲ ਆਪਣਾ ਚੰਡੀਗੜ੍ਹ ਦੀ ਲਾਲ ਡੋਰੇ ਦੇ ਮਕਾਨ ਬਣੇ ਹੋਏ ਆ ਕਿਸ ਤਰੀਕੇ ਨਾਲ ਰੈਗੂਲਰਾਈਜ਼ ਹੋ ਸਕੇ, ਔਰ ਜਿਹੜੀ ਬਚੀਆਂ ਹੋਈਆਂ ਜ਼ਮੀਨਾਂ ਉਹਦੇ ਉੱਪਰ ਕਿਸ ਤਰੀਕੇ ਨਾਲ ਜਾਂ ਕੋਈ ਪ੍ਰੋਜੈਕਟ ਬਣਾ ਕੇ ਅਸੀਂ ਉਹਨੂੰ ਡਿਵੈਲਪ ਕਰ ਸਕੇ। ਸਾਡੇ ਪਿੰਡਾਂ ਦੇ ਲੋਕ CLU ਦੇਣੇ ਨੂੰ ਵੀ, ਚੇਂਜ ਲੈਂਡ ਯੂਜ਼ ਦੀ ਫੀਸ ਭਰਨੇ ਨੂੰ ਵੀ ਤਿਆਰ ਹੈਗੇ ਆ। ਅਗਰ ਪ੍ਰਸ਼ਾਸਨ ਸਾਨੂੰ ਕੁਝ ਬਣਾਉਣੇ ਨੂੰ, ਪ੍ਰਸ਼ਾਸਨ ਦੇ ਅਧੀਨ ਹੀ ਅਸੀਂ ਕੁਝ ਵੀ ਆਪਾਂ ਬਣਾਉਣੇ ਨੂੰ ਤਿਆਰ ਆ। ਸਾਨੂੰ ਕਹੇ ਤਾਂ ਸਹੀ ਕਿ ਤੁਸੀਂ ਆਪਣੇ ਪਿੰਡ ਇਸ ਤਰੀਕੇ ਨਾਲ ਡਿਵੈਲਪ ਕਰਨੇ ਆ, ਅਸੀਂ ਕਰਾਂਗੇ, ਪ੍ਰਸ਼ਾਸਨ ਦੇ ਨਾਲ ਰਲ ਮਿਲ ਕੇ ਕਰਾਂਗੇ। ਮੈਂ ਭੋਲੇਪਨ ਤੇ ਹੀ ਆਉਂਦਾ, ਜਦੋਂ ਸਤਿੰਦਰ ਸਿੰਘ ਜਾਂ ਧਰਮਿੰਦਰ ਸਿੰਘ ਸੈਣੀ ਚੰਡੀਗੜ੍ਹ 'ਚ ਵਿਚਰਦੇ ਨੇ, ਆਪਣੇ ਭਾਈਚਾਰੇ 'ਚ ਵਿਚਰਦੇ ਨੇ, ਆਪਣੇ ਪਾਰਟੀ ਦੇ ਦਫ਼ਤਰਾਂ 'ਚ, ਭਾਵੇਂ ਕੋਈ ਕਾਂਗਰਸੀ ਕੋਈ ਹੋਣਾ ਚਾਹੀਦਾ, ਕੋਈ ਮਾੜੀ ਗੱਲ ਨਹੀਂ, ਸਿਆਸਤ ਮਾੜੀ ਨਹੀਂ ਗੀ, ਬੰਦੇ ਮਾੜੇ ਹੁੰਦੇ ਆ। ਕਿਤੇ ਤੁਹਾਡੇ ਮਨ 'ਚ ਕਿਤੇ ਅੱਗ ਜੀ ਨਹੀਂ, ਚਿਣਕ ਨਹੀਂ ਉੱਠਦੀ, ਕਿਤੇ ਮਨ 'ਚ ਕਿਤੇ ਨਮੋਸ਼ੀ ਨਹੀਂ ਉੱਠਦੀ ਵੀ ਯਾਰ 28 ਪੰਜਾਬੀ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਧਰਤੀ ਤੇ ਚੰਡੀਗੜ੍ਹ ਬਣਿਆ, 1 ਨਵੰਬਰ 1966 ਤੋਂ ਲੈ ਕੇ ਅੱਜ ਤੱਕ ਸਾਡੀ ਮਾਂ ਬੋਲੀ ਸਾਡੇ ਤੋਂ ਖੋਲੀ, ਸਾਡੀ ਜ਼ੁਬਾਨ ਕੱਢ ਦਿੱਤੀ। ਇੱਥੋਂ ਦੇ ਲੋਕ ਬੋਲਣ ਵਾਲੇ ਪੰਜਾਬੀ ਨੇ, ਪਰ ਸਰਕਾਰੀ ਭਾਸ਼ਾ ਅੰਗਰੇਜ਼ੀ ਆ। 56 ਸਾਲ ਤੁਹਾਡੀ ਉਮਰ ਵੀ ਨਹੀਂ ਸ਼ਾਇਦ ਹੋਣੀ। ਮਤਲਬ ਇਹ ਸਾਰੇ ਦੌਰ 'ਚ ਭਾਵੇਂ BJP ਵਾਲੇ ਲੀਡਰ ਨੇ, ਭਾਵੇਂ ਕਾਂਗਰਸੀ ਨੇ, ਭਾਵੇਂ ਹਰਮੋਹਨ ਧਮਨ ਸੀ, ਕਿਤੇ ਜਨਤਾ ਪਾਰਟੀ ਸੀ, ਹੋਰ ਪਾਰਟੀਆਂ ਸੀ, ਇਹ ਇੰਨੇ ਨਿਰਮੋਹੇ ਹੋ ਗਏ ਆਪਣੀ ਮਾਂ ਬੋਲੀ ਨੂੰ। ਕਿਉਂ ਨਹੀਂ ਕਿ ਬੋਲਦਾ? ਜੇ ਕਿਤੇ ਨਰਿੰਦਰ ਮੋਦੀ ਹੋਣੀ ਸੀ, ਡਾਕਟਰ ਮਨਮੋਹਨ ਸਿੰਘ ਸੀ, ਉਹਨਾਂ ਕੋਲ ਜਾ ਕੇ ਇੱਥੋਂ ਦਾ ਸੰਸਦ ਮੈਂਬਰ ਬਹਿ ਜਾਂਦਾ ਜੀ ਇਹ ਸੰਵਿਧਾਨ ਦਾ ਘਾਣ ਹੋ ਰਿਹਾ ਜੇ, ਚੰਡੀਗੜ੍ਹ ਪ੍ਰਸ਼ਾਸਨ ਘਾਣ ਕਰ ਰਿਹਾ। ਸੰਵਿਧਾਨ ਕਹਿੰਦਾ ਵੀ ਕਿਸੇ ਵੀ ਸਟੇਟ, ਕਿਸੇ ਵੀ ਯੂਟੀ ਦੀ ਸਰਕਾਰੀ ਭਾਸ਼ਾ ਉਹੀ ਹੋਣੀ ਚਾਹੀਦੀ ਹੈ ਜਿਹੜੀ ਉੱਥੋਂ ਦੇ ਲੋਕਾਂ ਦੀ ਹੈ, ਪਰ ਲੋਕਾਂ ਦੀ ਭਾਸ਼ਾ ਤੇ ਪੰਜਾਬੀ ਹਿੰਦੀ ਹੈ ਤੇ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ। ਕਿਉਂ ਨਹੀਂ ਕਿ ਬੋਲਦਾ? ਤਰਲੋਚਨ ਜੀ, ਇਹ ਤੁਸੀਂ ਗੱਲ ਬੜੀ ਵਧੀਆ ਕੀਤੀ। ਅਸੀਂ ਜਦੋਂ ਦਾ ਮੈਂ ਸਿਆਸਤ 'ਚ ਆਇਆ, ਇਕੱਠੇ ਹੋ ਕੇ ਆਪਣੇ ਪਾਰਟੀ ਪ੍ਰੈਜ਼ੀਡੈਂਟ ਕੋਲ ਗਏ, ਅਰੁਣ ਸੂਦ ਜੀ ਕੋਲ, ਵੀ ਉਹ ਵੀ ਪੰਜਾਬੀ ਹੈ, ਉਹ ਵੀ ਪੰਜਾਬੀ, ਕਿੰਨਾ ਸੋਹਣਾ ਪੰਜਾਬੀ ਬੋਲਦੇ ਨੇ। ਬਿਲਕੁਲ 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 ਬਿਲਕੁਲ। ਸੰਜੇ ਟੰਡਨ ਵੀ ਪੰਜਾਬੀ ਸੀ, ਪਿਛਲੇ ਜਿਹੜੇ ਪੰਜਾਬੀ ਬੜੀ ਸੋਹਣੀ ਬੋਲਦੇ। ਬਿਲਕੁਲ ਜੀ। ਤੇ ਜਿਹੜੀ ਬੀਬੀ ਤੁਹਾਡੀ ਸੰਸਦ ਮੈਂਬਰ ਨੇ ਤਰਨਤਾਰਨ ਦੀ, ਉਹ ਤੇ ਕਿਤੇ ਪੰਜਾਬੀ ਬੋਲਦੇ ਨੇ ਕਿਰਨ ਖੇਰ, ਤੇ ਮੂੰਹ 'ਚੋਂ ਫੁੱਲ ਕਿਰਨ ਵਾਲੀ ਗੱਲ ਹੈ। ਪਰ ਦੁਖਾਂਤ ਇਹ ਵੀ ਇੱਥੇ ਕਿਉਂ ਨਹੀਂ ਬੋਲਦੇ? ਮੈਂ ਤੁਹਾਨੂੰ ਉੱਥੇ ਹੀ ਗੱਲ ਲੈ ਕੇ ਆ ਰਿਹਾ ਹਾਂ। ਅਸੀਂ ਉਹਨਾਂ ਦੇ ਕੋਲ ਗਏ ਵੀ ਸਾਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਹੈ ਕੌਂਸਲਰਾਂ ਦੇ ਵਿੱਚ। ਅੱਜ ਤੱਕ ਜਦੋਂ ਦੀ ਕੌਂਸਲ ਬਣੀ ਹੈ, ਮੇਰਾ ਖਿਆਲ ਨਹੀਂ, ਮੇਰੇ ਤਾਂ ਯਾਦ ਨਹੀਂ ਹੈ ਵੀ ਕੋਈ ਪਿੰਡਾਂ ਦਾ ਬੰਦਾ ਨੋਮੀਨੇਟ ਹੋ ਕੇ ਆਇਆ ਹੋਵੇ। ਮਤਲਬ ਤੁਹਾਡਾ ਕਿਸੇ ਪਾਰਟੀ ਨੇ ਕੀਤਾ ਹੀ ਨਹੀਂ? ਕਿਸੇ ਪਾਰਟੀ ਨੇ ਨਹੀਂ ਕੀਤਾ। ਕਿੰਨੇ ਜੇ ਹੁਣ ਪਿੰਡਾਂ ਦੇ? ਹੁਣ ਪਿੰਡਾਂ ਦੇ ਇੱਕ ਤਾਂ ਮੈਂ ਹੋ ਗਿਆ ਸਾਰੰਗਪੁਰ ਤੋਂ, ਧਰਮਿੰਦਰ ਹੋ ਗਿਆ, ਨਰੇਸ਼ ਪੰਚਾਲ ਬਹਿਲਾਣੇ ਤੋਂ ਹੋ ਗਿਆ, ਤੇ ਇਹਦਾ ਦੇ ਵਿੱਚ ਕਲੋਨੀ ਵਾਲਾ ਵੀ ਲਿਆ ਇੱਕ ਨਾਲ, ਤੇ ਦੂਜੀ ਪਿੰਡਾਂ ਦੇ 3 ਨੇ। ਪਿੰਡਾਂ ਦੇ ਨੋਮੀਨੇਟਡ ਦੀ ਗੱਲ ਕਰਦਾ, ਨੋਮੀਨੇਟਡ ਦੀ ਗੱਲ ਹਾਂ, ਇਲੈਕਟਡ ਤਾਂ ਹੋਰ ਕਾਫੀ, ਇਲੈਕਟਡ ਕਾਫੀ ਨੇ। ਹਾਂ, ਤੇ ਪਹਿਲੀ ਇਲੈਕਟਡ ਦੇ ਦੇਖੋ ਆਮ ਆਦਮੀ ਪਾਰਟੀ 'ਚ ਵੀ ਹੈਗੇ ਨੇ। ਹਾਂ ਬਿਲਕੁਲ, ਪਰ ਨੋਮੀਨੇਟਡ ਜਿਹੜਾ ਮੇਨ ਸਰਕਾਰਾਂ ਦਾ ਇੱਕ ਧੁਰਾ ਹੁੰਦਾ ਹੈ, ਜਿਹੜਾ ਉਹਨਾਂ ਦੇ ਹੱਥ ਹੁੰਦਾ, ਹੱਥ ਹੁੰਦਾ। ਤੇ ਜਦੋਂ ਅਸੀਂ ਉਹਨਾਂ ਕੋਲ ਗਏ ਵੀ ਸਾਨੂੰ ਪਿੰਡਾਂ ਨੂੰ ਨੋਮੀਨੇਸ਼ਨਾਂ ਮਿਲਣੀਆਂ ਚਾਹੀਦੀਆਂ, ਸਾਡਾ ਹੱਕ ਮਿਲਣਾ ਚਾਹੀਦਾ ਹੈ, ਨੁਮਾਇੰਦਗੀ ਦਿਓ, ਉਹਨਾਂ ਨੇ ਇੱਕ ਗਵਰਨਰ ਸਾਹਿਬ ਨਾਲ ਗੱਲ ਕੀਤੀ ਵੀ ਇੱਕ
ਇਹ ਅਸੀਂ ਪਿੰਡਾਂ ਤੋਂ ਸੰਬੰਧ ਰੱਖਦੇ ਹਾਂ ਵੀ ਇਹਨਾਂ ਦੀ ਮੰਗ ਜਾਇਜ਼ ਹੈ ਜੀ, ਵੀ ਇਹਨਾਂ ਨੂੰ ਪਿੰਡਾਂ ਨੂੰ ਅੱਜ ਤੱਕ ਹੋਇਆ ਨਹੀਂ, ਮਿਲਣੀ ਚਾਹੀਦੀ ਹੈ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਗਵਰਨਰ ਸਾਹਿਬ ਦਾ ਤੇ ਆਪਣੇ ਪ੍ਰਧਾਨ ਜੀ ਦਾ, ਸ਼੍ਰੀ ਅਰੁਣ ਸੂਦ ਜੀ ਦਾ, ਜਿਨ੍ਹਾਂ ਨੇ ਅੱਜ ਤੱਕ ਜੋ ਹਿਸਟਰੀ 'ਚ ਨਹੀਂ ਰਿਪੀਟ ਹੋਇਆ ਵੀ ਇੱਕ ਪਿੰਡਾਂ ਤੋਂ ਚੱਕ ਕੇ ਜਿਹੜਾ ਸਾਡਾ ਹੱਕ ਬਣਦਾ ਸੀ ਸਾਨੂੰ ਉਹ ਕੁਰਸੀਆਂ ਤੇ ਦੇ ਦਿੱਤੀਆਂ ਵੀ ਆਹ ਲੋ ਜੀ ਅਸੀਂ ਤੁਹਾਨੂੰ ਪੰਜਾਬੀਆਂ ਨੂੰ ਕੁਰਸੀਆਂ ਦੇ ਰਹੇ ਜਿਹੜੀਆਂ ਅੱਜ ਤੱਕ ਨਹੀਂ ਮਿਲੀਆਂ। ਇਮਾਨਦਾਰੀ ਨਾਲ ਕੰਮ ਕਰਿਓ, ਲੋਕਾਂ ਦਾ ਭਲਾ ਕਰਿਓ ਤੇ ਆਪਣੀ ਮਾਂ ਬੋਲੀ ਦੀ ਤੇ ਆਪਣੀ ਪਿੰਡਾਂ ਦੀ ਸੇਵਾ ਕਰਿਓ। ਉਹੀ ਅਸੀਂ ਆਪਣਾ ਕਰ ਰਹੇ ਹਾਂ ਜੀ। ਸ਼ਬਦ ਕੌੜੇ ਹੋਣਗੇ ਪਰ ਤੁਸੀਂ ਜੇ ਆਰਾਮ ਨਾਲ ਕਿਤੇ ਸੋਚੋਗੇ ਤਾਂ ਠੀਕ ਹੋਣਗੇ। ਤੁਸੀਂ ਜਿਹੜੀ ਕੁਰਸੀ ਤੇ ਬੈਠੇ ਜੇ ਧਰਮਿੰਦਰ ਜੀ, ਤੁਸੀਂ ਬੈਠੇ ਜੇ, ਤੁਹਾਨੂੰ ਪਿੰਡਾਂ ਦੇ ਲੋਕਾਂ ਨੂੰ, ਪੰਜਾਬੀ ਜੱਦੀ ਪੰਜਾਬੀ ਲੋਕਾਂ ਨੂੰ ਨੁਮਾਇੰਦਗੀ ਦਿੱਤੀ ਭਾਰਤੀ ਜਨਤਾ ਪਾਰਟੀ ਨੇ। ਜੇ 5 ਸਾਲਾਂ ਬਾਅਦ ਉਸ ਕੁਰਸੀ ਤੋਂ ਤੁਸੀਂ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਲਾਗੂ ਕਰਾਉਣ ਤੋਂ ਬਿਨਾਂ ਉੱਠ ਕੇ ਚੱਲ ਗਏ ਤੇ ਫਿਰ ਪੰਜਾਬ ਤੁਸੀਂ ਆਪਣੀ ਪਾਰਟੀ ਦਾ ਧੰਨਵਾਦ ਕਰੀ, ਪਰ ਪੰਜਾਬ ਤੁਹਾਡੇ ਪਿੰਡਾਂ ਦੇ ਲੋਕਾਂ ਨੇ ਤੁਹਾਡਾ ਧੰਨਵਾਦ ਨਹੀਂ ਕਰਨਾ, ਕਹਿਣਾ ਇਹ ਵੀ ਖਾਲੀ ਹੱਥੀ ਆ ਗਏ। ਤਰਲੋਚਨ ਜੀ, ਮੈਂ ਇਹਦੇ 'ਚ ਇੱਕ ਗੱਲ ਕਹਿਣਾ ਹੈ, ਤੁਹਾਨੂੰ ਵੀ ਪਤਾ ਹੋਊਗਾ ਇੱਕ ਆਰਡਰ ਹੋਇਆ ਸੀ ਵੀ ਪੰਜਾਬੀ ਕੋਈ ਤੁਹਾਨੂੰ ਚਿੱਠੀ ਲਿਖਣੀ ਹੈ ਤੁਸੀਂ ਅਫਸਰ ਨੂੰ ਜਾਂ ਕਿਸੇ ਨੂੰ, ਉਹਦਾ ਜਵਾਬ ਪੰਜਾਬੀ 'ਚ ਆਊਗਾ। ਉਹ ਪੰਜਾਬੀ ਹਿਤੈਸ਼ੀ ਹੀ ਸੰਘਰਸ਼ ਕਰ ਰਹੇ ਸੀ, ਉਹ ਕਢਵਾਈ ਸੀ, ਉਹ ਪ੍ਰਾਪਤੀ ਨਹੀਂ। ਹਾਂ, ਮੈਂ ਉੱਥੇ ਹੀ ਆ ਰਿਹਾ, ਉਹ ਪ੍ਰਾਪਤੀ ਨਹੀਂ। ਉਹਦੇ ਲਈ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਦੇਖੋ ਕੱਲਾ ਬੰਦਾ ਕਦੇ ਜੰਗ ਨਹੀਂ ਜਿੱਤ ਸਕਦਾ, ਭਾਈ ਭੈਣਾਂ ਦੇ ਸਿਰ ਤੇ ਹੁੰਦੀ ਹੈ ਸਾਰਾ ਸਿਸਟਮ। ਅਸੀਂ ਉਹ ਤੁਹਾਡੀ ਡਿਊਟੀ ਹੈ, ਤੁਹਾਨੂੰ ਕੁਰਸੀਆਂ ਮਿਲ ਗਈਆਂ, ਤੁਸੀਂ ਜੋੜੋ। ਅਸੀਂ ਬੈਕ ਉਹਦਾ ਆਪਣੀ ਡਿਊਟੀ ਨਿਭਾ ਰਹੇ ਹਾਂ। ਐਮਸੀ 'ਚ ਪਹਿਲੇ ਦਿਨ ਤੋਂ ਲੈ ਕੇ ਅਸੀਂ ਸੌਹਾਂ ਪੰਜਾਬੀ ਚੱਕੀਆਂ, ਸਾਰਾ ਕੁਝ ਅਸੀਂ ਪੰਜਾਬੀ 'ਚ ਕੀਤਾ। ਅਸੀਂ ਲਿਖ ਕੇ ਦਿੱਤਾ ਬਕਾਇਦਾ। ਮੈਡਮ ਸਰਬਜੀਤ ਕਿੰਨਾ ਸੋਹਣਾ ਪੰਜਾਬੀ 'ਚ ਬਿਲਕੁਲ ਸਾਡੀ ਗੱਲਬਾਤ ਕਰ। ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਹਾਂ ਵੀ ਅਸੀਂ ਪਹਿਲੇ ਦਿਨ ਤੋਂ ਆਪਣੀ ਡਿਊਟੀ ਐਨ ਗੱਜ ਵੱਜ ਕੇ ਤੇ ਗੱਡ ਕੇ ਨਿਭਾ ਰਹੇ ਆ। ਉੱਥੇ ਵੀ ਤੁਸੀਂ ਮੀਟਿੰਗਾਂ ਦੇਖੋਗੇ ਅਸੀਂ ਪਿੰਡਾਂ ਦੀ ਗੱਲ ਕਰਦੇ ਆ, ਉਹਨਾਂ ਦੀ ਰੀਹੈਬਿਲਿਟੇਸ਼ਨ ਦੀ ਗੱਲ ਕਰਦੇ, ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਆ। ਰੱਬ ਨੇ ਚਾਹਿਆ ਤਾਂ ਪਰਮਾਤਮਾ ਨਾਲ ਹੋਇਆ, ਅਸੀਂ ਬਿਲਕੁਲ ਪਿੰਡਾਂ ਦੇ ਹੱਕ ਦੀ ਗੱਲ ਕਰਾਂਗੇ। ਜਦੋਂ ਕੋਈ ਸੰਘਰਸ਼ ਕਰੇ ਪਰਮਾਤਮਾ ਨਾਲ ਆ ਜਾਂਦਾ। ਤੁਸੀਂ ਕਹਿਣਾ ਚਾਹੁੰਦੇ ਸੀ ਕੁਝ? ਅਸੀਂ ਕਹਿਣਾ ਚਾਹੁੰਦੇ ਆ ਕਿ ਅਸੀਂ ਸਤਿੰਦਰ ਜੀ ਨੇ ਕੁਝ ਦੱਸ ਵੀ ਦਿੱਤਾ। ਅਸੀਂ ਤਾਂ ਪਹਿਲੇ ਦਿਨੇ ਸਹੁੰ ਹੀ ਪੰਜਾਬੀ ਤੇ ਚੁੱਕੀ ਹੈ। ਅਸੀਂ ਆਪਣੀ ਮਾਂ ਬੋਲੀ ਪੰਜਾਬੀ ਹੋਣੇ ਦੇ ਨਾਤੇ ਚੰਡੀਗੜ੍ਹ ਦੇ ਵਿੱਚ ਜਿੱਦਾਂ ਵੀ ਹੈ ਆਪਾਂ। ਧਰਮਿੰਦਰ ਜੀ, ਇਹ ਕੁਰਸੀਆਂ ਜਿਹੜੀਆਂ ਨੇ ਨਾ, ਇਹ ਕਿਸਮਤ ਵਾਲੇ ਨੂੰ ਮਿਲਦੀਆਂ ਨੇ। ਬਿਲਕੁਲ ਜੀ, ਬਿਲਕੁਲ। ਤੇ ਮੈਨੂੰ ਲੱਗਦਾ ਪਿੰਡਾਂ ਦੇ ਲੋਕ ਸੋਚਦੇ ਹੋਣਗੇ ਵੀ ਜੋੜੀ ਹੈ, ਬਿਲਕੁਲ ਇਹ ਮਾਂ ਬੋਲੀ ਦੀ ਗੱਲ ਕਰੂਗੀ। ਇੱਕ ਸਤਿੰਦਰ ਜੀ ਇੱਥੇ ਹੱਥ ਰੱਖ ਕੇ ਗੱਲ ਦੱਸਿਓ। ਆਪਾਂ ਖੁੱਲੀਆਂ ਗੱਲਾਂ ਕਰ ਰਹੇ ਹਾਂ, ਦੁੱਖ ਹੀ ਆਪਾਂ ਸਾਂਝੇ ਕਰ ਰਹੇ ਹਾਂ। ਮੈਂ ਕਹਿੰਦਾ ਹੁੰਦਾ ਵੈਸੇ ਸ਼ਬਦ ਕੌੜਾ ਕਈ ਕਹਿੰਦੇ ਨਾ ਵਰਤਿਆ ਕਰ, ਵੀ ਚੰਡੀਗੜ੍ਹ 'ਚ ਇੱਕ ਇਦਾਂ ਦਾ ਮਾਹੌਲ ਬਣ ਗਿਆ, ਖਾਸ ਕਰਕੇ ਸਿਆਸੀ ਪਿੜ ਵਿੱਚ, ਵੀ ਜੇ ਕਿਸੇ ਨੇ ਪੰਜਾਬੀ ਨੇ ਬੀਜੇਪੀ ਤੋਂ ਟਿਕਟ ਲੈਣੀ ਹੈ, ਕਿਸੇ ਪੰਜਾਬੀ ਨੇ ਕਾਂਗਰਸ ਤੋਂ ਟਿਕਟ ਲੈਣੀ ਹੈ, ਨਵੀਂ ਪਾਰਟੀ ਕਾਂਗਰਸ ਆਪ ਵੀ ਆ ਗਈ, ਉਹਦੇ 'ਚ ਵੀ ਇਦਾਂ ਹੀ ਹੋਊਗਾ, ਆਪ ਤੋਂ ਟਿਕਟ ਲੈਣੀ ਹੈ ਤੇ ਉਹਨੂੰ ਪਹਿਲੋਂ ਪੰਜਾਬ ਦਾ ਗਦਾਰ ਬਣਨਾ ਪਊਗਾ। ਉਹਨੂੰ ਮੈਨੀਫੈਸਟੋ ਵਿੱਚ ਇਹ ਲਿਖਣਾ ਪਊਗਾ ਵੀ ਜੇ ਮੈਂ ਸੰਸਦ ਮੈਂਬਰ ਬਣ ਗਿਆ ਤੇ ਮੈਂ ਚੰਡੀਗੜ੍ਹ ਪੰਜਾਬ ਨੂੰ ਨਹੀਂ ਜਾਣ ਦਊਗਾ, ਇਹ ਡਿਊਟੀ ਹੀ ਰਹੂਗਾ। ਪੰਜਾਬ ਕੌਣ ਹੁੰਦਾ ਇਹਨੂੰ ਲੈਣ ਵਾਲਾ? ਇਹ ਲੱਗਦਾ ਨਹੀਂ ਕਿ ਇੱਥੋਂ ਦੀਆਂ ਸਿਆਸੀ ਪਾਰਟੀਆਂ ਨੇ ਪੰਜਾਬੀਆਂ ਨੂੰ ਇਸ ਢੰਗ ਨਾਲ ਜਕੜਿਆ ਵੀ ਉਹਨਾਂ ਨੂੰ ਕੁਰਸੀਆਂ ਲੈਣ ਲਈ, ਅਹੁਦੇ ਲੈਣ ਲਈ ਗਦਾਰੀਆਂ ਕਰਨੀਆਂ ਪੈਂਦੀਆਂ ਪੰਜਾਬ ਨਾਲ। ਦੇਖੋ ਤਰਲੋਚਨ ਜੀ, ਇਹ ਜਿਹੜੀ ਗੱਲ ਕੀਤੀ ਹੈ, ਮੈਂ ਚੰਡੀਗੜ੍ਹ 'ਚ ਜੰਮਿਆ, ਚੰਡੀਗੜ੍ਹ 'ਚ ਪਲਿਆ, ਮੇਰੇ ਬੱਚੇ ਵੀ ਚੰਡੀਗੜ੍ਹ 'ਚ ਜੰਮੇ, ਮੇਰੇ ਪਿਤਾ ਜੀ ਵੀ ਚੰਡੀਗੜ੍ਹ 'ਚ ਜੰਮੇ ਸੀ। ਜੀ ਜੀ ਜੀ, ਉਹਨਾਂ ਦਾ ਤਾਂ ਅਸਲ ਪਿੰਡ ਹੈ, ਆ ਸ਼ਹਿਰ ਹੈ। ਹਾਂ, ਪਰ ਮੇਰੇ ਦਾਦਾ ਜੀ ਵੀ ਚੰਡੀਗੜ੍ਹ 'ਚ ਜੰਮੇ ਸੀ, ਜੱਦੀ ਸੀ, ਮਾਲਕ ਜੱਦੀ ਸੀ। ਹਾਂ, ਇਹ ਜਿਹੜੀ ਹੁਣ ਜਿਹੜਾ ਟਾਈਮ ਆ ਗਿਆ, ਹੁਣ ਮੇਰਾ ਬੱਚਾ ਹੈ ਉਹ ਪੰਜਾਬ 'ਚ ਐਲੀਜੀਬਲ ਨਹੀਂ ਹੈ ਨੌਕਰੀ ਨੂੰ, ਡੋਮਿਸਾਈਲ ਹੋਣਾ ਚਾਹੀਦਾ ਹੈ ਉਹਦੇ ਕੋਲ, ਨਾ ਉਹ ਹਰਿਆਣੇ 'ਚ ਐਲੀਜੀਬਲ ਹੈ। ਹੁਣ ਉਹ ਦੋਨੋਂ ਉਹ ਚੰਡੀਗੜ੍ਹ ਜੋਗਾ ਹੈ ਜੀ। ਹੁਣ ਚੰਡੀਗੜ੍ਹ ਹੈ, ਉਰੇ ਪੰਜਾਬ ਤੋਂ ਵੀ ਅਫਸਰ ਆਉਂਦੇ, ਹਰਿਆਣੇ ਤੋਂ ਵੀ ਆਉਂਦੇ ਹੈ। ਸਾਡੀ ਤਾਂ ਇਹ ਚੀਜ਼ ਹੈ ਵੀ ਸਾਡੇ ਬੱਚੇ ਕਿੱਧਰ ਜਾਣ, ਉਹਨਾਂ ਦਾ ਹੱਕ ਤਾਂ ਇਹ ਹੈ ਨਾ ਵੀ ਚੰਡੀਗੜ੍ਹ 'ਚ ਪਲੋ ਬੜੋ ਤੇ ਉਰੇ ਸਰਵਿਸ ਕਰਨ। ਜੀ ਜੀ ਜੀ। ਹੁਣ ਨਾ ਤਾਂ ਸਾਨੂੰ ਸਰਵਿਸ ਵੀ ਬੜੀ ਮੁੱਠੀ ਭਾਰ ਹੈ, ਬਹੁਤ ਘੱਟ। ਮੈਂ ਉਹੀ ਗੱਲ ਕਰ ਰਿਹਾ ਤਰਲੋਚਨ ਜੀ, ਅਸੀਂ ਕਿਸੇ ਦੇ ਖਿਲਾਫ ਨਹੀਂ, ਮੈਂ ਪਹਿਲਾਂ ਵੀ ਗੱਲ ਕੀਤੀ ਹੈ ਹੱਕ ਦੇਣ ਦੇ, ਪਰ
ਅਸੀਂ ਜਿਹੜੀ ਚੀਜ਼ ਦੇ ਹੁਣ ਅਸੀਂ ਨਾ ਤਾਂ ਪੰਜਾਬ ਜੋਗੇ ਰਹੇ ਨੌਕਰੀਆਂ ਦੇ, ਨਾ ਹਰਿਆਣੇ ਜੋਗੇ ਰਹੇ। ਮਾਹੌਲ ਇਦਾਂ ਦਾ ਬਣਾਤਾ, ਸਿਸਟਮ ਇਦਾਂ। ਹੁਣ ਅਸੀਂ ਚੰਡੀਗੜ੍ਹ ਹੈ, ਮੈਂ ਤਾਂ ਕਹਿੰਦਾ ਜੀ ਚੰਡੀਗੜ੍ਹ ਵਾਲਿਆਂ ਦਾ ਹੈ। ਚੰਡੀਗੜ੍ਹ 'ਚ ਚੰਡੀਗੜ੍ਹ ਵਾਲੇ ਪੜ੍ਹਨ, ਉਰੇ ਨੌਕਰੀ ਕਰਨ, ਉਰੇ ਬੜਾ ਇੰਟੈਲੀਜੈਂਟ ਮਾਈਂਡ ਹੈ ਜੀ। ਚੰਡੀਗੜ੍ਹ ਅਫਸਰ ਅਹੁਦੇ ਤੇ ਬੈਠਣ, IAS PC IAS ਬਣਨ, ਉਰੇ ਦਾ ਕੋਈ ਅਲੱਗ ਹੋਵੇ। ਤੇ ਚੰਡੀਗੜ੍ਹ, ਕਿਉਂਕਿ ਜਿਹੜਾ ਚੰਡੀਗੜ੍ਹ ਪੜੂਗਾ, ਹੁਣ ਮੈਂ ਚੰਡੀਗੜ੍ਹ ਦਾ ਦੁਖੜਾ ਮੈਂ ਤਦ ਰਹੂੰਗਾ ਕਿਉਂਕਿ ਮੈਂ ਚੰਡੀਗੜ੍ਹ ਦਾ ਹੈ। ਹੁਣ ਦੂਜਾ ਜਿਹੜਾ ਬੰਦਾ ਕੋਈ 3 ਸਾਲ ਵਾਸਤੇ ਆਊਗਾ, ਉਹ ਜਿੰਨੇ ਦੇਰ ਨੂੰ ਸਮਝ ਆਉਂਦਾ ਉਹਦੇ ਜਾਣੇ ਦਾ ਟਾਈਮ ਹੋ ਜਾਂਦਾ ਹੈ। ਕੋਈ ਬੰਦਾ ਹੋਵੇ ਜੀ, ਸਮਝਣ ਨੂੰ ਵੀ ਟਾਈਮ ਲੱਗਦਾ ਨਾ, ਕੋਈ ਵੀ ਚੀਜ਼ ਹੋਵੇ। ਪਰ ਮੈਂ ਇਹ ਸਿਆਸੀ ਗੱਲ ਨਹੀਂ ਕਰ ਰਿਹਾ, ਮੈਂ ਇੱਕ ਫਿਊਚਰ ਦੀ ਗੱਲ ਕਰ ਰਿਹਾ, ਆਪਣੇ ਬੱਚਿਆਂ ਦੀ ਹਕੀਕਤ ਦੱਸ ਰਿਹਾ। ਮੈਂ ਤਾਂ ਹੁਣ ਮੈਂ ਚਾਹੁੰਦਾ ਵੀ ਮੇਰੇ ਬੱਚੇ ਉਰੇ ਹੋਣ, ਵੀ ਜੇ ਉਹ ਨਹੀਂ ਸਾਨੂੰ ਅਸੈਪਟ ਕਰਦੇ, ਉਹ ਨਹੀਂ ਅਸੈਪਟ ਕਰਦੇ, ਅਸੀਂ ਜਾਈਏ ਕਿੱਥੇ? ਫਸੇ ਪਏ ਵਿੱਚ। ਹਾਂ, ਅਸੀਂ ਇਹੀ ਗੱਲ ਹੈ। ਹੁਣ ਇਹਦੇ ਵਿੱਚ ਸਾਡਾ ਇਹ ਹੈ ਵੀ ਚੰਡੀਗੜ੍ਹ ਆਪਣੇ ਬੰਦਿਆਂ ਲਈ ਕੋਈ ਐਦਾਂ ਦਾ ਚੀਜ਼ ਬਣਾਵੇ, ਉਰੇ ਚੰਡੀਗੜ੍ਹ ਦੇ ਪੜ੍ਹਨ ਲਿਖਣ, ਜਿਵੇਂ ਬਾਕੀ ਸਟੇਟਾਂ ਨੇ ਬਣਾਇਆ ਹੋਇਆ, ਜਿਵੇਂ ਬਾਕੀਆਂ ਦਾ ਉਹ ਆਪਣੀ ਸਟੇਟਾਂ ਨੂੰ ਦੇਖਦੇ ਆ ਤੇ ਓਕੇ ਹੈ। ਸਾਡਾ ਚੰਡੀਗੜ੍ਹ ਆਪਣਾ ਹੈ। ਚੰਡੀਗੜ੍ਹ ਵਾਲਿਆਂ ਦਾ ਹੈ, ਚੰਡੀਗੜ੍ਹ ਪਿੰਡਾਂ ਵਾਲਿਆਂ ਦਾ ਹੈ। ਐਦਾਂ ਨਹੀਂ ਹੈ ਵੀ ਚੰਡੀਗੜ੍ਹ ਆਓ 3 ਸਾਲ ਵਾਸਤੇ ਆਓ ਤੇ ਜਾਓ, ਇਹ ਚੱਕਰ ਖਤਮ ਹੋਣਾ ਚਾਹੀਦਾ ਹੈ। ਤੁਸੀਂ ਕੀ ਸੋਚਦੇ ਇਹਦੇ ਬਾਰੇ? ਮੈਂ ਸਤਿੰਦਰ ਜੀ ਦੀ ਗੱਲ ਤੋਂ ਬਿਲਕੁਲ ਸਹਿਮਤ ਹਾਂ। ਫਸਟ ਪ੍ਰੈਫਰੈਂਸ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਲੋਕਾਂ ਦੀ ਹੋਣੀ ਚਾਹੀਦੀ ਹੈ। ਸਾਡਾ ਪੰਜਾਬ ਦੇ ਨਾਲ ਵੀ ਕੋਈ ਵਿਤਕਰਾ ਨਹੀਂ ਹੈ, ਨਾ ਹਰਿਆਣੇ ਦੇ ਨਾਲ ਵੀ ਵਿਤਕਰਾ ਹੈ ਜੀ। ਲੇਕਿਨ ਪਰ ਚੰਡੀਗੜ੍ਹ ਦੇ ਨਾਲ ਤਾਂ ਵਿਤਕਰਾ ਹੋ ਹੀ ਰਿਹਾ, ਕਿਉਂਕਿ ਦੋਨੋਂ ਸਟੇਟਾਂ ਦੀ ਕੈਪੀਟਲ ਹੈ। 60-40 ਦੀ ਰੇਸ਼ੋ ਆਪਸ ਵਿੱਚ ਚੱਲਦੀ ਆ ਰਹੀ ਹੈ। ਕੁਝ ਡੈਪੂਟੇਸ਼ਨ ਤੇ ਪੰਜਾਬ ਤੇ ਆਉਂਦੇ ਆ, ਕੁਝ ਹਰਿਆਣੇ ਤੋਂ ਆਉਂਦੇ ਆ, ਕੁਝ ਸੈਂਟਰ ਤੋਂ ਵੀ ਆਉਂਦੇ ਆ। ਜਿੱਥੇ ਦੋਨੋਂ ਸਰਕਾਰਾਂ ਆਪਸ ਵਿੱਚ ਤਾਲਮੇਲ ਕਰਦੀਆਂ, ਉਹਦੇ ਵਿੱਚ ਸੈਂਟਰ ਦਾ ਵੀ ਅੜਚਨ ਆ ਜਾਂਦੀ। ਆਪਣੇ ਪਿੰਡਾਂ ਦੀ, ਚੰਡੀਗੜ੍ਹ ਦੀ, ਸਭ ਦੀ ਤਰੱਕੀ ਹੋਣੀ ਚਾਹੀਦੀ ਹੈ, ਪਿੰਡ ਦੇ ਲੋਕਾਂ ਦੀ ਔਰ ਚੰਡੀਗੜ੍ਹ ਦੇ ਵਾਸੀਆਂ ਦੀ। ਚੰਡੀਗੜ੍ਹ ਵਾਸਤੇ ਫਸਟ ਪ੍ਰੈਫਰੈਂਸ ਹੋਣੀ ਚਾਹੀਦੀ ਹੈ। ਮੇਰੀ ਤਾਂ ਇਹੀ ਤੁਹਾਡੇ ਸਮਰ ਚੈਨਲ ਦੇ ਮਾਧਿਅਮ ਨਾਲ ਮੈਂ ਤਾਂ ਇਹੀ ਕਹਿਣਾ ਚਾਹੁੰਦਾ। ਤੁਸੀਂ ਸਾਡੀ ਅੱਜ ਇਹ ਲਈ ਹੈ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤਰਲੋਚਨ। ਮਿਹਰਬਾਨੀ, ਥੈਂਕ ਯੂ ਜੀ। ਸੋ ਤੁਸੀਂ ਸੁਣਿਆ, ਕੋਸ਼ਿਸ਼ ਇਹ ਕੀਤੀ ਹੈ ਵੀ ਚੰਡੀਗੜ੍ਹ ਦੇ ਜਿਹੜੇ 22 ਪਿੰਡ ਨੇ ਔਰ 22 ਪਿੰਡਾਂ ਵਿੱਚ ਵੱਸਦੇ ਜਿਹੜੇ ਇੱਥੋਂ ਦੇ ਅਸਲ ਜੱਦੀ ਲੋਕ ਨੇ, ਉਹਨਾਂ ਦੇ ਦੁੱਖੜੇ ਤੁਹਾਡੇ ਨਾਲ ਸਾਂਝੇ ਕੀਤੇ ਜਾਣ। ਔਰ ਸਤਿੰਦਰ ਤੇ ਧਰਮਿੰਦਰ ਹੋਣਾ ਨੇ ਕਿਹਾ ਵੀ ਅਸੀਂ ਯਤਨ ਕਰਾਂਗੇ, ਜਿਹੜੀ ਕੁਰਸੀ ਤੇ ਬੈਠੇ ਆ, ਪੰਜਾਬੀਅਤ ਦੀ ਆਵਾਜ਼ ਪੂਰੇ ਜ਼ੋਰ ਨਾਲ ਬੁਲੰਦ ਕੀਤੀ ਜਾਵੇ।